जेता जियो पिंड सब तेरा, तू अंतरजामी पुरख भगवान। दासन दास कह जन नानक, जेहा तू कराए है तेहा हਉ करी बख्यान। सतनाम श्री वाहिगुरु साहिब जी। गौड़ी महला पंजवा। ओह अबिनासी राया, निरभਉ संग तुम्हारै बसते, इहो डरन कहा ते आया। ओह अबिनासी राया, निरभਉ संग तुम्हारै बसते, इहो डरन कहा ते आया। रहाउ। एक महल तू हुए अफारो, एक महल निमानो, एक महल तू आपे आपे, एक महल गरीबानो, एक महल तू पंडित बगता, एक महल खाल होता, एक महल तू सब किश ग्राहज, एक महल कछु ना लेता। काठ की पुत्री कहा कर बपुरी, खिलावन हारो जान। जैसा भेख करावै बाजीगर, ओ तैसो ही साज आन। अनक कोठरी बहुत भात करिया, आप होआ रखवारा। जैसे महल राखै तैसै रहना, क्या इहो करै विचारा। जिन किश किया सोई जानै, जिन एह सब विद साजी। कहो नानक परम्पर स्वामी, कीमत अपने काजी। जिन किश किया सोई जानै, जिन एह सब विद साजी। कहो नानक परम्पर स्वामी, ਕੀਮਤ ਆਪਣੇ ਕਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਬਾਕੀ ਕੁਝ ਸਮਾਂ ਜਿੰਨਾ ਰਹਿੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੀ ਚੱਲਦੀ ਹੋਈ ਲੜੀਵਾਰ ਕਥਾ ਵਿਚਾਰ ਵਿੱਚੋਂ ਸੋ ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਅੱਜ ਵਾਲੇ ਇਹ ਪਵਿੱਤਰ ਜੋ ਬਚਨ ਆ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਗ ਨੰਬਰ 206 ਉੱਪਰ ਸ਼ਸ਼ੋਭਤਾਨ ਬਚਨ ਨੇ। ਉਹ ਅਬਿਨਾਸੀ ਰਾਇਆ ਦੀ ਉਥਾਨਕਾ ਦੇ ਪ੍ਰਥਾਏ ਜਦੋਂ ਪੜਾਂਗੇ ਉਸ ਵੇਲੇ ਜ਼ਿਕਰ ਆਉਂਦਾ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਗੁਰੂ ਕੇ ਬਾਗ ਸੋ ਮੰਜੀ ਸਾਹਿਬ ਦੇ ਸਥਾਨ ਤੇ ਦੀਵਾਨ ਵਿੱਚ ਸ਼ਸ਼ੋਭਤ ਨੇ। ਉਸ ਵੇਲੇ ਭਾਈ ਪਿਰਾਣਾ ਜੀ, ਭਾਈ ਪਿਰਾਗਾ ਜੀ, ਭਾਈ ਪੈੜਾ ਜੀ ਆਦਿਕ ਗੁਰੂ ਕੇ ਹਜ਼ੂਰੀਏ ਸਿੱਖਾਂ ਦੇ ਨਾਂ ਨੇ। ਉਹਨਾਂ ਨੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਇੱਕ ਅਰਦਾਸ ਕੀਤੀ, ਸਤਿਗੁਰੂ ਜੀ ਸੰਸਾਰ ਦੀ ਰਚਨਾ ਕਿਹੋ ਜਿਹੀ ਬਣੀ ਹੋਈ ਹੈ। ਸਤਿਗੁਰੂ ਸਾਹਿਬ ਜੀ ਨੇ ਸੰਖੇਪ ਜਿਹਾ ਬਚਨ ਕੀਤਾ ਹੈ, ਸਾਰਾ ਜੋ ਸੰਸਾਰ ਦਾ ਪਸਾਰਾ ਬਣਿਆ ਹੈ ਵਿਨਾਸ਼ ਰੂਪ ਹੈ। ਸੱਚੇ ਪਾਤਸ਼ਾਹ ਵਿਨਾਸ਼ ਰੂਪ ਵੀ ਕਿਹੋ ਜਿਹਾ ਹੋਰ ਸਮਝਾਓ। ਫਿਰ ਇਹ ਵਿਨਾਸ਼ ਰੂਪ ਹੁੰਦਾ ਹੋਇਆ, ਵਿਨਾਸ਼ ਦਾ ਅਰਥ ਹੈ ਵੀ ਨਾਸ਼ ਹੋਣ ਵਾਲਾ ਹੈ। ਮਹਾਰਾਜ ਜੀ ਇਹ ਨਾਸ਼ਵਾਨ ਹੁੰਦਾ ਹੋਇਆ ਫਿਰ ਵੀ ਅਨੇਕਤਾ ਵਿੱਚ ਕਿਉਂ ਭਾਖ ਰਿਹਾ ਹੈ, ਅਨੇਕਤਾ ਵਿੱਚ ਕਿਉਂ ਮਹਿਸੂਸ ਹੋ ਰਿਹਾ ਹੈ, ਇਹ ਬਹੁਤਾਤ ਬੜੇ ਰੰਗਾਂ ਦਾ ਕਿਉਂ ਨਜ਼ਰ ਆ ਰਿਹਾ ਹੈ। ਇਸ ਪ੍ਰਕਾਰ ਦੇ ਉਹਨਾਂ ਗੁਰੂ ਕੇ ਹਜ਼ੂਰੀ ਸਿੱਖਾਂ ਵੱਲੋਂ ਜਿਹੜੇ ਸਵਾਲ ਸਨ, ਉਹਨਾਂ ਦੇ ਪ੍ਰਤੀ ਉਹਨਾਂ ਸਵਾਲਾਂ ਦਾ ਮਾਨੋ ਜਵਾਬ ਦੇ ਕੇ ਅੰਮ੍ਰਿਤ ਰੂਪ ਉਪਦੇਸ਼ ਰਾਹੀਂ ਇਸ ਸ਼ਬਦ ਰਾਹੀਂ ਸਤਿਗੁਰੂ ਜੀ ਨੇ ਨਿਹਾਲ ਕੀਤਾ। ਤੇ ਬਚਨ ਆਰੰਭਤਾ ਦੇ ਜੋ ਆ ਰਹੇ ਨੇ, ਆਰੰਭਤਾ ਵਾਲਾ ਹੀ ਪਦ ਇਹ ਸ਼ਬਦ ਦਾ ਰਹਾਉ ਦਾ ਪਦ ਹੈ। ਬਚਨ ਆ ਰਿਹਾ ਉਹ ਅਬਿਨਾਸੀ ਰਾਇਆ। ਗੁਰੂ ਕੇ ਖਾਲਸਾ ਜੀ ਉਸ ਮਾਲਕ ਪ੍ਰਮਾਤਮਾ ਜਿਹੜੇ ਪ੍ਰਮਾਤਮਾ ਨੂੰ ਅਬਿਨਾਸੀ ਕਿਹਾ। ਅਬਿਨਾਸੀ ਕੱਲਾ ਇਸ ਸ਼ਬਦ ਵਿੱਚ ਇਹੋ ਹੀ ਇੱਕੋ ਵਾਰ ਨਹੀਂ ਆਇਆ, ਬਾਣੀ ਵਿੱਚ ਹੋਰ ਬੜੇ ਥਾਵਾਂ ਤੇ ਅਬਿਨਾਸੀ ਅੱਖਰ ਪ੍ਰਮਾਤਮਾ ਦੇ ਪ੍ਰਥਾਏ ਆਇਆ। ਅਬਿਨਾਸੀ ਦਾ ਅਰਥ ਬਣਦਾ ਜਿਹੜਾ ਕਦੇ ਨਾਸ ਹੋਣ ਵਾਲਾ ਨਹੀਂ। ਜੇ ਇਸ ਅਬਿਨਾਸੀ ਅੱਖਰ ਦੀ ਵਿਆਖਿਆ ਕਰਨੀ ਹੋਵੇ ਤੇ ਜਪਜੀ ਸਾਹਿਬ ਦੇ ਮੂਲ ਮੰਤਰ ਵਿੱਚ ਰੋਜ਼ ਪੜ੍ਹਦੇ ਹਾਂ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਿਹੜਾ ਜੁਗਾਂ ਦੀ ਰਚਨਾ ਤੋਂ ਪਹਿਲੋਂ ਵੀ ਸੱਚ ਸੀ, ਜਿਹੜਾ ਜੁਗਾਂ ਦੀ ਰਚਨਾ ਤੋਂ ਲੈ ਕੇ ਹੁਣ ਤੱਕ ਵੀ ਸੱਚ ਹੈ, ਅੱਜ ਵੀ ਸੱਚ ਹੈ ਤੇ ਅੱਗੇ
युग खत्म हो सकते ने, धरती खत्म हो सकती है, चंद ते सूरज अपनी रोशनी का प्रकाश देनों बंद हो सकते ने, पर वो परमात्मा सदा ही सच्चा रहने वाला है। ਉਹਨੂੰ ਅਬਿਨਾਸੀ ਕਿਹਾ ਜਾਂਦਾ ਹੈ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਏ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੇ ਕੋਈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਣ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ। ਅਸੀਂ ਤੁਹਾਨੂੰ ਉਸ ਅਬਿਨਾਸੀ ਦੇ ਚਰਨਾਂ ਦੀ ਸ਼ਰਨ ਵਿੱਚ ਪਾਇਆ ਹੈ, ਜਿਹੜੇ ਅਬਿਨਾਸੀ ਦੇ ਚਰਨਾਂ ਦੀ ਸ਼ਰਨ ਵਿੱਚ ਪਾਇਆ ਸੁੱਖ ਮਿਲਦੇ ਨੇ। ਤੇ ਨਾਲ ਹੀ ਜੇ ਕਿਤੇ ਸਵਾਲ ਉੱਠ ਪਏ ਵੀ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਦਾਰੀ ਦੀ ਜ਼ਿੰਦਗੀ ਜਿਉਨੇ ਆ, ਕਦੇ ਤਾਪ ਆ ਗਿਆ, ਕਦੇ ਬੁਖਾਰ ਆ ਗਿਆ, ਕਦੇ ਸਿਰ ਦਰਦ ਆ ਗਿਆ, ਕਦੇ ਢਿੱਡ ਦਰਦ ਆ ਗਿਆ, ਮਹਾਰਾਜ ਰੋਗ ਆਉਂਦੇ ਨੇ, ਡਾਕਟਰਾਂ ਕੋਲ ਵੀ ਜਾਂਦੇ ਆ, ਡਾਕਟਰ ਜਾਂ ਵੈਦ ਦਵਾਈਆਂ ਦੇ ਕੇ ਉਹ ਰੋਗ ਨਿਵਰਤ ਕਰ ਦਿੰਦੇ ਨੇ, ਪਰ ਥੋੜੇ ਸਮੇਂ ਬਾਅਦ ਤੇ ਹੁੰਦੇ ਨੇ, ਕੁਝ ਸਮੇਂ ਬਾਅਦ ਫੇਰ ਮੁੜ ਕੇ ਉਹ ਸਿਰ ਦਰਦਾਂ, ਢਿੱਡ ਪੀੜਾਂ, ਇਹ ਦੁੱਖ ਰੋਗ, ਤਾਪ ਬੁਖਾਰ ਚੜ ਆਉਂਦੇ ਨੇ। ਜਿਹੜਾ ਰੋਗ ਤੁਸੀਂ ਕਹਿੰਦੇ ਹੋ ਵੀ ਗੁਰੂ ਪਰਮਾਤਮਾ, ਨਾਸ ਤੋਂ ਰਹਿਤ ਪਰਮਾਤਮਾ ਦੇ ਚਰਨਾਂ ਨਾਲ ਮਿਲ ਕੇ ਸੁੱਖ ਪ੍ਰਾਪਤ ਹੋਣਾ ਹੈ, ਇਹ ਸੁੱਖ ਵੀ ਕਿਤੇ ਉਹੋ ਜਿਹੇ ਸੁੱਖਾਂ ਵਰਗਾ ਤੇ ਨਹੀਂ, ਮੁੜ ਕੇ ਫਿਰ ਕੁਝ ਸਮੇਂ ਬਾਅਦ ਇਹ ਸੁੱਖ ਖਤਮ ਹੋ ਜਾਏ ਤੇ ਫਿਰ ਦੁੱਖ ਆ ਜਾਣ। ਮਹਾਰਾਜ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਣ ਪਿਆ ਸੁਖ ਪਾਈਐ, ਬਹੁੜ ਦੁਖ ਨਾ ਹੋਈ। ਬਹੁੜ ਦਾ ਅਰਥ ਹੈ ਦੁਬਾਰਾ ਫੇਰ। ਜੇ ਉਸ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ ਤੈਨੂੰ ਸੁੱਖ ਪ੍ਰਾਪਤ ਹੋਣਗੇ, ਇਹ ਸ਼ਰਤੀਆ ਹੈ ਕਿ ਉਸ ਨੂੰ ਮੁੜ ਕੇ ਕਿਸੇ ਪ੍ਰਕਾਰ ਦਾ ਦੁਬਾਰਾ ਦੁੱਖ ਨਹੀਂ ਹੋਏਗਾ। ਕਿੱਥੋਂ ਤੱਕ ਨਹੀਂ ਦੁੱਖ ਹੋਏਗਾ? ਉਹ ਤੇ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ। ਉਹ ਤੇ ਤਿੱਖਿਆਂ ਤਿੱਖਿਆਂ ਸ਼ਸਤਰਾਂ ਨਾਲ ਟੁਕੜਾ ਟੁਕੜਾ ਕੱਟੇ ਜਾਣ ਤੋਂ ਵੀ ਦੁੱਖ ਨਹੀਂ ਮੰਨਦੇ। ਇਸ ਪ੍ਰਕਾਰ ਉਹ ਦੁੱਖ ਨਹੀਂ ਮੁੜ ਕੇ ਆ ਸਕਦੇ। ਪਰ ਇਹ ਦੁੱਖਾਂ ਦੀ ਨਿਵਰਤੀ ਤੇ ਐਸੇ ਅਗੰਮੀ ਸਦੀਵੀ ਰਹਿਣ ਵਾਲੇ ਸੁੱਖ ਦੀ ਪ੍ਰਾਪਤੀ ਕਦੋਂ ਹੋਣੀ ਹੈ? ਜਦੋਂ ਅਬਿਨਾਸੀ ਨਾਲ ਜੁੜਿਆ। ਫਿਰ ਦੂਸਰਾ ਅੱਖਰ ਆ ਰਿਹਾ ਰਾਇਆ। ਰਾਇਆ ਦਾ ਅਰਥ ਕੀਤਾ ਜਾਂਦਾ ਹੈ ਰਾਜਾ ਰੂਪ। ਫਿਰ ਰਾਇਆ ਦਾ ਅਰਥ ਕੀਤਾ ਜਾਂਦਾ ਹੈ ਪ੍ਰਕਾਸ਼ ਰੂਪ, ਭਾਵ ਕਿ ਉਹ ਨਾਸ ਤੋਂ ਰਹਿਤ ਰਾਜਾ ਰੂਪ ਹੈ ਪ੍ਰਮਾਤਮਾ, ਉਹ ਨਾਸ ਤੋਂ ਰਹਿਤ ਪ੍ਰਮਾਤਮਾ ਪ੍ਰਕਾਸ਼ ਰੂਪ ਹੈ। ਫਿਰ ਆਪ ਹੀ ਪ੍ਰਕਾਸ਼ ਨਹੀਂ, ਸਾਰੀਆਂ ਖਟ ਜੋਤੀਆਂ ਜਿਹੜੀਆਂ ਮੰਨੀਆਂ ਨੇ, ਜਿਨ੍ਹਾਂ ਦੇ ਵਿੱਚ ਸੂਰਜ ਚੰਦਰਮਾ ਤਾਰੇ ਵੀ ਆਉਂਦੇ ਨੇ, ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀਆਂ 6 ਜੋਤੀਆਂ ਜਿਹੜੀਆਂ ਦੁਨੀਆ ਨੂੰ ਲਾਈਟ ਦੇਣ ਵਾਲੀਆਂ ਨੇ, ਪ੍ਰਕਾਸ਼ ਦੇਣ ਵਾਲੀਆਂ ਨੇ, ਇਹ ਲਾਈਟ ਦੇਣ ਵਾਲੀਆਂ ਜੋਤੀਆਂ ਵੀ ਉਸ ਪ੍ਰਮਾਤਮਾ ਦੀ ਚੇਤਨਤਾ ਕਰਕੇ ਹੀ ਪ੍ਰਕਾਸ਼ਮਾਨ ਨੇ। ਜਿੱਦਣ ਉਹਨੇ ਆਪਣੀ ਵਿੱਚੋਂ ਚੇਤਨ ਸ਼ਕਤੀ ਕੱਢ ਲਈ, ਇਹ ਸਾਰੀਆਂ ਹੀ ਖਤਮ ਹੋ ਜਾਣਗੀਆਂ। ਇਸ ਕਰਕੇ ਉਹ ਐਸਾ ਪ੍ਰਕਾਸ਼ ਰੂਪ ਹੈ ਕਿ ਦੁਨੀਆ ਦੇ ਪ੍ਰਕਾਸ਼ ਦੇਣ ਵਾਲੀਆਂ ਜੋਤੀਆਂ ਨੂੰ ਵੀ ਪ੍ਰਕਾਸ਼ ਦਿੰਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਉਸ ਨਾਸ ਤੋਂ ਰਹਿਤ ਰਾਜਾ ਰੂਪ ਪ੍ਰਕਾਸ਼ ਰੂਪ ਪਰਮਾਤਮਾ ਜਿਹੜਾ ਪਰਮੇਸ਼ਰ ਹੈ, ਉਹਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ ਨੇ। ਕਿਹੜੀਆਂ ਬੇਨਤੀਆਂ ਕਰਨੀਆਂ ਨੇ? ਨਿਰਭਉ ਸੰਗ ਤੁਮਾਰਾ ਬਸਤੇ, ਇਹੋ ਡਰਨ ਕਹਾਂ ਤੇ ਆਇਆ। ਕਹਿਣ ਲੱਗੇ ਹੇ ਨਿਰਭਉ ਪ੍ਰਮਾਤਮਾ ਪਰਮੇਸ਼ਰ ਜੀ, ਜਦੋਂ ਤੁਹਾਨੂੰ ਅਸੀਂ ਆਪਣੇ ਨਾਲ ਵਸਦਾ ਜਾਣ ਲਿਆ, ਨਾਲ ਵਸਦਾ, ਜਦੋਂ ਅਸੀਂ ਆਪਣੇ ਮਨ ਦੀ ਭਾਵਨਾ ਕਰਕੇ ਤੇਰੇ ਨਾਲ ਵਸਣ ਲੱਗ ਪਏ ਵੀ ਤੇਰੇ ਨਾਲ ਰਹਿੰਦੇ ਆ ਸਦਾ ਹੀ, ਬੜੇ ਬਚਨ ਆਉਣਗੇ, ਬੜੇ ਫਰਮਾਨ ਆਉਣਗੇ ਬਾਣੀ ਵਿੱਚੋਂ। ਨੇਰੈ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ, ਕਹੋ ਰਵਿਦਾਸ ਹਾਥ ਪੈ ਨੇਰੈ, ਸਹਜੇ ਹੋਏ ਸੁਹੋਈ, ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ। ਇਤਿਆਦ ਕੋ ਪਰਮੇਸ਼ਰ ਹਰ ਵੇਲੇ ਨਾਲ ਵਸਦਾ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ, ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਬਿਪੂਤੇ। ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਵਾਹਿਗੁਰੂ ਹਰ ਵੇਲੇ ਨਾਲ ਵਸਦਾ ਹੈ। ਸਾਧ ਸੰਗਤ ਦੀ ਵਸਦਾ ਸਾਡੇ ਤੁਹਾਡੇ ਸਾਰਿਆਂ ਦੇ ਨਾਲ ਹੈ, ਪਰ ਇਹ ਗੱਲ ਦਾ ਅਨੁਭਵ ਹੋਣਾ ਸਾਡੇ ਸਾਰਿਆਂ ਦੇ ਕਰਮੀ ਨਹੀਂ ਆਇਆ। ਇਸ ਗੱਲ ਦਾ ਅਨੁਭਵ ਹੋਣਾ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਇਆ ਹੈ, ਜਿਨਨੇ ਇਹ ਅਹਿਸਾਸ ਕੀਤਾ ਹੋਵੇ ਕਿ ਪਰਮੇਸ਼ਰ ਸਾਡੇ ਨਾਲ ਵਸਦਾ। ਜੇ ਇਹ ਗੱਲ ਦਾ ਅਨੁਭਵ ਹੋ ਜਾਏ, ਜੇ ਇਸ ਗੱਲ ਦਾ ਅਹਿਸਾਸ ਹੋ ਜਾਏ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਵੇਂ ਉਹ ਪ੍ਰਮਾਤਮਾ ਨਿਰਭਉ ਹੈ, ਜਿਹਨੂੰ ਪ੍ਰਮਾਤਮਾ ਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਜੇ ਕਿਤੇ ਉਸ ਪਰਮੇਸ਼ਰ ਦਾ ਸੰਗ ਸਾਨੂੰ ਪ੍ਰਾਪਤ ਹੋ ਜਾਏ, ਸਾਡਾ ਮਨ ਇਹ ਗੱਲ ਸਵੀਕਾਰ ਕਰ ਲੈ ਕਿ ਉਹ ਪ੍ਰਮਾਤਮਾ ਸਾਡੇ ਨਾਲ ਵਸਦਾ ਹੈ, ਤੇ ਪ੍ਰਮਾਤਮਾ ਦੇ ਨਾਲ ਵਸਣ ਦਾ ਅਹਿਸਾਸ ਹੀ ਇਸ ਬਰਕਤਾਂ ਦਾ ਖਜ਼ਾਨਾ ਹੈ ਕਿ ਜਿਹਦੇ ਮਨ ਅੰਦਰ ਇਹ ਅਹਿਸਾਸ ਹੋ ਗਿਆ, ਉਹ ਵੀ ਨਿਰਭਉ ਹੋ ਜਾਏਗਾ।
ਉਹਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਰਹਿ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਨਿਰਭਉ ਸੰਗ ਤੁਮਾਰਾ ਬਸਤੇ ਇਹੋ ਡਰਨ ਕਹਾਂ ਤੇ ਆਇਆ। ਇਹ ਜਿਹੜਾ ਡਰਨਾ ਸੀ, ਕਿਹੜੀ ਚੀਜ਼ ਦਾ ਡਰਨਾ ਸੀ? ਹਾਏ ਮੇਰਾ ਕੋਈ ਪੈਸਾ ਨਾ ਖੋਹ ਲੈ, ਹਾਏ ਮੇਰੇ ਕਾਰੋਬਾਰ ਦੇ ਉੱਤੇ ਕੋਈ ਕਬਜ਼ਾ ਨਾ ਕਰ ਲੈ, ਹਾਏ ਮੇਰੇ ਤੋਂ ਕੋਈ ਬਹੁਤਾ ਅੱਗੇ ਤਰੱਕੀ ਨਾ ਕਰ ਲੈ, ਹਾਏ ਮੇਰੇ ਰਾਹ ਦੇ ਵਿੱਚ ਕੋਈ ਰੋੜਾ ਨਾ ਬਣ ਜਾਏ, ਮੇਰੇ ਹੱਕ ਦਾ ਕੋਈ ਦੂਜਾ ਨਾ ਖੋਹ ਲੈ। ਡਰ ਹੀ ਨੇ ਨਾ ਸਾਨੂੰ ਇਹ ਸਾਰੇ ਬਣੇ। ਇਹ ਭੈ ਪ੍ਰਲੋਕ ਭੈ ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਪੈ ਸਾਤ। 7 ਤਰ੍ਹਾਂ ਦਾ ਡਰ ਮਨੁੱਖ ਦੇ ਇਰਦ ਗਿਰਦ ਹਰ ਵੇਲੇ ਘੁੰਮਦਾ। 7 ਤਰ੍ਹਾਂ ਦਾ ਡਰ ਗ੍ਰੰਥਾਂ ਨੇ ਮੰਨਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਨਿਰਭਉ ਪ੍ਰਮਾਤਮਾ ਨਾਲ ਵਸ ਗਿਆ, ਜਦੋਂ ਮਨ ਨੇ ਉਸ ਨਿਰਭਉ ਪ੍ਰਮਾਤਮਾ ਨੂੰ ਆਪਣੇ ਨਾਲ ਵਸਦਾ ਸਵੀਕਾਰ ਕਰ ਲਿਆ, ਫਿਰ ਇਹੋ ਡਰਨ ਕਹਾਂ ਤੇ ਆਇਆ। ਫਿਰ ਤੇ ਡਰਨ ਨੇੜੇ ਹੀ ਨਹੀਂ ਹੋ ਸਕਦਾ। ਫਿਰ ਤੇ ਡਰਨ ਵਾਲਾ ਉਹ ਭੈ ਵਾਲਾ ਅੱਖਰ ਵੀ ਨੇੜੇ ਨਹੀਂ ਆਉਣਾ ਚਾਹੀਦਾ। ਫਿਰ ਤੇ ਮੌਤ ਵਰਗੀ ਉਸ ਮੌਤ ਰਾਣੀ ਨੂੰ ਵੀ ਮਖੌਲਾਂ ਕਰਦੇ ਨੇ ਗੁਰੂ ਕੇ ਖਾਲਸੇ। ਸੋ ਇਸੇ ਕਰਕੇ ਹੀ ਤੇ ਭਾਈ ਬਚਿੱਤਰ ਸਿੰਘ ਵਰਗਿਆਂ ਦੀਆਂ ਸਾਖੀਆਂ ਨੇ ਨਾ। ਜੇ ਸਾਡੇ ਵਰਗਾ ਮੌਤ ਤੋਂ ਡਰਨ ਵਾਲਾ ਹੁੰਦਾ ਤੇ ਕਿਵੇਂ ਇਕੱਲਾ ਜਾ ਕੇ ਹਾਥੀ ਨਾਲ ਲੜਦਾ? ਪਤਾ ਸੀ ਵੀ ਨਿਰਭਉ ਗੋਬਿੰਦ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਪੜਾ ਮੇਰੇ ਨਾਲ ਆ। ਜੇ ਉਹ ਮੇਰੇ ਨਾਲ ਆ ਫਿਰ ਇੱਕ ਹਾਥੀ ਤੇ ਕੀ? ਉੱਥੇ ਸਾਰਾ ਇਤਿਹਾਸ ਦਾ ਬਚਨ ਪੜ੍ਹੀਏ ਨਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਸ਼ਾਰਾ ਪਾ ਕੇ ਉਸ ਵੇਲੇ ਦਾ ਹਾਥੀ ਵਰਗਾ ਸਰੀਰ ਲੈ ਕੇ ਵੱਡਾ ਸਡੌਲ ਦੁਨੀ ਚੰਦ ਡਰਾਕਲ ਬਣ ਕੇ ਭੱਜ ਗਿਆ, ਤੇ ਭਾਈ ਬਚਿੱਤਰ ਸਿੰਘ ਵੱਲ ਵੇਖ ਕਰਕੇ ਕਲਗੀਆਂ ਵਾਲੇ ਨੇ ਕਿਹਾ ਫਿਰ ਕੀ ਹੋਇਆ? ਹਾਥੀ ਭੱਜ ਗਿਆ। ਪਹਾੜੀਆਂ ਦੇ ਹਾਥੀ ਨਾਲ ਮੁਕਾਬਲਾ ਅਸੀਂ ਆਪਣੇ ਹਾਥੀ ਨਾਲ ਕਰਾਉਣਾ ਸੀ, ਹਾਥੀ ਦੁਨੀ ਚੰਦ ਭੱਜ ਗਿਆ, ਤੇ ਫਿਰ ਹਾਥੀ ਦਾ ਮੁਕਾਬਲਾ ਸਾਡਾ ਬੱਬਰ ਸ਼ੇਰ ਕਰੇਗਾ। ਉਸ ਵੇਲੇ ਭਾਈ ਬਚਿੱਤਰ ਸਿੰਘ ਸਾਹਿਬ ਨੇ ਫਿਰ ਬੇਨਤੀ ਕੀਤੀ, ਮਹਾਰਾਜ ਮੈਨੂੰ ਭਰੋਸਾ ਆ, ਮੈਨੂੰ ਕੋਈ ਸ਼ੱਕ ਨਹੀਂ ਤੁਹਾਡੇ ਬਚਨਾਂ ਤੇ, ਪਰ ਜੇ ਕਿਤੇ ਕਿਰਪਾ ਕਰੋ ਇੱਕ ਵਾਰ ਇਹ ਬਚਨ ਕਹਿੰਦਿਆਂ ਮੇਰੀ ਕੰਡ ਤੇ ਥਾਪੜਾ ਦੇ ਦਿਓ ਨਾ, ਮੇਰੀ ਪਿੱਠ ਦੇ ਉੱਤੇ ਆਪਣਾ ਥਾਪੜਾ ਦੇ ਦਿਓ, ਤੇ ਮਹਾਰਾਜ ਪਹਾੜੀਆਂ ਦਾ ਹਾਥੀ ਕੀ, ਮੈਂ ਤਾਂ ਇੰਦਰ ਦਾ ਸਵਰਗਾਂ ਵਾਲਾ ਅਰਾਵਤ ਹਾਥੀ ਵੀ ਘੇਰ ਕੇ ਲਿਆਣ ਕੇ ਤੁਹਾਡੇ ਚਰਨਾਂ ਤੇ ਭਿਖਾਰੀ ਬਣਾ ਦੂੰ। ਉਹ ਕੀ ਆ? ਕੁਝ ਵੀ ਨਹੀਂ। ਇਹ ਤੇ ਮੇਰੇ ਅੱਗੇ ਡਰਨ ਹੈ ਹੀ ਨਹੀਂ ਮਨ ਵਿੱਚ। ਹਾਥੀ ਮਨੁੱਖ ਦਾ ਤੇ ਹਾਥੀ ਦਾ ਮੁਕਾਬਲਾ ਥੋੜਾ ਕੋਈ। ਫਿਰ ਹਾਥੀ ਦੇ ਮਗਰ ਲੱਖਾਂ ਤਾਦਾਦ ਫੌਜ ਤੁਰੀ ਆ ਰਹੀ ਹੈ, ਕੋਈ ਡਰ ਥੋੜਾ ਉਸ ਗੱਲ ਦਾ ਮਨ ਵਿੱਚ। ਕਿਉਂ ਨਹੀਂ ਡਰ ਬਣਿਆ? ਕਿਉਂਕਿ ਨਿਰਭਉ ਸੰਗ ਤੁਮਾਰਾ ਵਸਤੇ, ਕਿਉਂਕਿ ਉਸ ਨਿਰਭਉ ਪ੍ਰਮਾਤਮਾ ਨੂੰ ਆਪਣੇ ਨਾਲ ਵਸਦਾ ਸਮਝ ਲਿਆ। ਹੁਣ ਇਹ ਨਹੀਂ ਸਮਝਿਆ ਵੀ ਮੈਂ ਕਰਨਾ ਆ, ਇਹ ਪਤਾ ਲੱਗ ਗਿਆ ਵੀ ਮੇਰੇ ਰਾਹੀਂ ਮੇਰੇ ਗੁਰੂ ਨੇ ਕਾਰਜ ਕਰਨਾ ਹੈ, ਮੇਰਾ ਤੇ ਨਾਂ ਲਾਉਣਾ ਹੈ, ਮੇਰਾ ਤੇ ਬਹਾਨਾ ਬਣਾਉਣਾ ਹੈ। ਇਸ ਕਰਕੇ ਜਿਨ੍ਹਾਂ ਦੇ ਮਨ ਵਿੱਚ ਇਸ ਗੱਲ ਦਾ ਅਹਿਸਾਸ ਹੋ ਗਿਆ, ਫਿਰ ਇਹ ਡਰਨ ਕਹਾਂ ਤੇ ਆਇਆ। ਡਰਨ ਪੈਦਾ ਕਿੱਥੋਂ ਹੋਏਗਾ? ਡਰ ਦਾ ਅੱਖਰ ਹੀ ਪੈਦਾ ਨਹੀਂ ਹੋਏਗਾ, ਡਰ ਆ ਹੀ ਨਹੀਂ ਸਕਦਾ, ਡਰ ਪੈਦਾ ਹੀ ਨਹੀਂ ਹੋ ਸਕਦਾ। ਇੱਕ ਹੋਰ ਸਾਖੀ ਐਸੀ ਆਉਂਦੀ ਹੈ, ਕਿਉਂਕਿ ਸਾਡੇ ਤੁਹਾਡੇ ਵਿੱਚ ਤੇ ਬਹੁਤਾ ਡਰ ਮੌਤ ਦਾ ਹੀ ਹੈ ਨਾ, ਹਾਏ ਮਰ ਨਾ ਜਾਵਾਂ, ਮਰਨ ਨੂੰ ਜੀ ਨਹੀਂ ਕਰਦਾ, ਕਿਸੇ ਦਾ ਵੀ ਨਹੀਂ ਕਰਦਾ। ਬੜੀਆਂ ਸਾਖੀਆਂ ਭਰੀਆਂ ਹੋਈਆਂ ਨੇ ਇਸ ਗੱਲ ਦੇ ਉੱਤੇ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਾਲਵੇ ਦੀ ਧਰਤੀ ਤੋਂ ਲੰਘ ਰਹੇ ਨੇ, ਜਦੋਂ ਨੰਦੇੜ ਨੂੰ ਗਏ ਨੇ, ਰਸਤੇ ਵਿੱਚ ਇੱਕ ਫਕੀਰ ਆਉਂਦਾ ਹੈ। ਉਸ ਫਕੀਰ ਦੀ ਕੁਟੀਆ ਤੇ ਗਏ, ਉਹਦੇ ਚੇਲਿਆਂ ਨੂੰ ਪੁੱਛਿਆ ਕਿੱਥੇ ਆ ਫਕੀਰ? ਕਹਿਣ ਲੱਗੇ ਜੀ ਅੰਦਰ ਭੋਰੇ 'ਚ ਵੜਿਆ ਹੋਇਆ। ਮੈਂ ਕਹਿੰਦੇ ਬਾਹਰ ਲੈ ਕੇ ਆਓ। ਕਹਿਣ ਲੱਗੇ ਜੀ ਨਹੀਂ, ਉਹਨੇ ਬਾਹਰ ਨਹੀਂ ਆਉਣਾ। ਆਵਾਜ਼ ਪਈ ਬਾਹਰ ਆ, ਕਹਿਣ ਲੱਗਾ ਜੀ ਨਹੀਂ ਮਹਾਰਾਜ ਮੈਂ ਨਹੀਂ ਬਾਹਰ ਆ ਸਕਦਾ। ਕਹਿੰਦੇ ਗੱਲ ਕੀ? ਕਹਿਣ ਲੱਗੇ ਬਾਹਰ ਆਉਣਾ ਮੈਨੂੰ ਮਰਨ ਤੋਂ ਡਰ ਲੱਗਦਾ, ਮੈਂ ਮਰਨ ਤੋਂ ਡਰਦਾ ਹਾਂ, ਮੈਂ ਮਰਨਾ ਨਹੀਂ ਚਾਹੁੰਦਾ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ ਬਾਹਰ ਤੇ ਆ। ਬਾਹਰ ਆਇਆ, ਗੁਰੂ ਕੇ ਦਰਸ਼ਨ ਹੋਏ, ਖੰਡੇ ਬਾਟੇ ਦੇ ਅੰਮ੍ਰਿਤ ਦੀ ਪੌਲ ਦੇ ਕੇ। ਇਹ ਬਣਾਈਆਂ ਕਹਾਵਤਾਂ ਨਹੀਂ, ਬਣਾਈਆਂ ਘਟਨਾਵਾਂ ਨਹੀਂ, ਇਹ ਇਤਿਹਾਸ ਦੇ ਵਾਪਰੇ ਹੋਏ ਸਾਕੇ ਨੇ। ਸਤਿਗੁਰੂ ਸਾਹਿਬ ਜੀ ਨੇ ਉਸ ਫਕੀਰ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ, 5 ਕਕਾਰੀ ਰਹਿਤ ਦੇ ਕੇ, ਨਿਤਨੇਮੀ ਜੀਵਨ ਦੇ ਕੇ, ਉਹਦਾ ਨਾਮ ਹੀ ਇਤਿਹਾਸ ਵਿੱਚ ਭਾਈ ਅਜਮੇਰ ਸਿੰਘ ਲਿਖਿਆ ਆਉਂਦਾ ਹੈ। ਉਹਦਾ ਨਾਂ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਅਜਮੇਰ ਸਿੰਘ ਉਹਦਾ ਨਾਂ ਰੱਖਿਆ। ਜਦੋਂ ਕੁਝ ਕੁ ਮਹੀਨੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਇਹ ਰਹਿਤ ਬਹਿਤ ਵਿੱਚ ਪ੍ਰਪੱਕ ਰਹਿ ਕੇ ਗੁਜ਼ਾਰੇ, ਨਿਤਨੇਮ ਵਿੱਚ ਪ੍ਰਪੱਕ ਰਹਿ ਕੇ ਗੁਜ਼ਾਰੇ, ਕੁਰੈਤਾ ਤੋਂ ਬਚ ਕੇ ਤੁਰਿਆ, ਕਲਗੀਆਂ ਵਾਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ, ਦੀਵਾਨ ਸਜਿਆ। ਇੱਕ ਦਿਨ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਆਇਆ, ਤੇ ਮਹਾਰਾਜ ਕਹਿਣ ਲੱਗੇ ਅਜਮੇਰ ਸਿੰਘ ਕਿਵੇਂ ਮੌਤ ਤੋਂ ਡਰ ਲੱਗਦਾ? ਤਾਂ ਉਸ ਵੇਲੇ ਸਤਿਗੁਰਾਂ ਦੇ ਸਾਹਮਣੇ ਸਨਮੁਖ ਨਤੜਕ ਹੋ ਕੇ ਕਿਹਾ ਸੀ, ਦਾਤਿਆ ਹੁਣ ਤੇ ਇਵੇਂ ਲੱਗਦਾ ਜੇ ਕਿਤੇ ਮੌਤ ਵੀ ਸਾਹਮਣੇ ਆਵੇ ਮੈਂ ਉਹਨੂੰ ਮਾਰ ਕੇ ਉਤੋਂ ਅੱਗੇ ਲੰਘ ਸਕਦਾ। ਭਾਵ ਕਿ ਮੌਤ ਵਰਗੇ ਭੈ ਦਾ ਡਰ ਹੀ ਖਤਮ ਹੋ ਜਾਂਦਾ ਉੱਥੇ। ਕਿਉਂ ਖਤਮ ਹੋਇਆ? ਕਿਉਂਕਿ ਨਿਰਭਉ ਪਰਮੇਸ਼ਰ ਨਾਲ ਵਸ ਪਿਆ। ਨਿਰਭਉ ਪਰਮੇਸ਼ਰ ਦੇ ਸਰੂਪ ਗੁਰੂ ਦਾ ਵਾਸਾ ਨਾਲ ਸਮਝ ਲਿਆ। ਗੁਰੂ ਨੂੰ ਹਰ ਵੇਲੇ ਆਪਣੇ ਨਾਲ ਵਸਦਾ ਸਮਝ ਲੈਣਾ ਕੀਤਾ। ਮੌਤ ਨੂੰ ਤੇ ਮਖੌਲਾਂ ਕਰਦੇ ਨੇ ਗੁਰੂ ਕੇ ਖਾਲਸੇ।
ਬਹੁਤਾ ਪੁਰਾਣਾ ਆਪਾਂ ਇਤਿਹਾਸ ਨਾ ਪੜ੍ਹੀਏ, 1984 ਵਾਲਾ ਦਰਬਾਰ ਸਾਹਿਬ ਦਾ ਸਾਕਾ ਪੜ੍ਹ ਕੇ ਵੇਖੀਏ। ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਾਹਿਬ ਜੀ ਦੇ ਧਰਮ ਸਪਤਨੀ ਮਾਤਾ ਹਰਮੀਤ ਕੌਰ ਜੀ ਆਪਣੇ ਕੋਲੇ ਆਉਂਦੇ ਨੇ। ਇਹ ਉੱਥੇ ਸੀ ਨਾਲ, ਵਾਹਦ ਗਵਾਹ ਨੇ ਉਸ ਵੇਲੇ ਦੇ। ਜਿਸ ਦਿਨ 1 ਜੂਨ ਨੂੰ ਹਮਲਾ ਹੋਣਾ, ਉਸ ਤੋਂ ਕੁਝ ਦਿਨ ਪਹਿਲਾਂ ਦੀਆਂ ਗੱਲਾਂ ਦੱਸਦੇ ਨੇ। ਮੀਟਿੰਗਾਂ ਹੋਈਆਂ, ਖਾਲਸਾ ਉਸ ਵੇਲੇ ਇੱਧਰ ਉੱਧਰ ਤੁਰਿਆ ਫਿਰਦਾ। ਤਾਂ ਉਸ ਵੇਲੇ ਪੁੱਛੀਏ ਨਾ, ਮਾਤਾ ਜੀ ਦੱਸੋ ਕੀ ਹਾਲਾਤ ਸਨ ਉਸ ਵੇਲੇ, ਕਿਵੇਂ ਲੱਗਦਾ ਸੀ ਅੰਦਰ? ਕਹਿਣ ਲੱਗੇ ਜਿਵੇਂ ਜਿਵੇਂ ਖਬਰਾਂ ਮਿਲਦੀਆਂ ਸਨ ਨਾ, ਜਿਵੇਂ ਜਿਵੇਂ CID ਆਉਂਦੀ ਸੀ ਵੀ ਫੌਜ ਆ ਗਈ, ਫੌਜ ਨੇ ਘੇਰਾ ਪਾ ਲਿਆ, ਅਮਰਾ ਹੋਣਾ, ਤੋਪਾਂ ਦੇ ਗੋਲੇ ਵਰਸਣਗੇ, ਤੇ ਅੰਦਰ ਵਾਲੇ ਯੋਧਿਆਂ ਦੇ ਮੱਥੇ ਤੇ ਕੋਈ ਉਦਾਸੀ ਨਹੀਂ ਸੀ। ਉਹ ਤਾਂ ਉਸ ਵੇਲੇ ਕਹਿੰਦੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਜਾਂ ਕੰਪਲੈਕਸ ਵਿੱਚ ਇਵੇਂ ਫਿਰਦੇ ਸੀ ਜਿਵੇਂ ਕਿਸੇ ਵਿਆਹ ਵਾਲੇ ਘਰੇ ਫਿਰੀਦਾ, ਇਵੇਂ ਚਾਅ ਚੜੇ ਫਿਰਦੇ ਸਨ। ਉਹਨਾਂ ਨੂੰ ਤੇ ਰੋਟੀ ਖਾਣੀ, ਪਾਣੀ ਪੀਣਾ ਭੁੱਲਿਆ ਹੋਇਆ ਸੀ ਵੀ ਅਸੀਂ ਮੁਕਾਬਲਾ ਕਰਨਾ, ਲੜਨਾ, ਮਰਨਾ, ਸ਼ਹੀਦ ਹੋਣਾ, ਗੁਰੂ ਰਾਮਦਾਸ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਨੇ। ਮੌਤਾਂ ਨੂੰ ਮਖੌਲਾਂ ਕਰਦੇ ਨੇ ਉਹ ਗੁਰੂ ਕੇ ਲਾਲ, ਜਿਨ੍ਹਾਂ ਦੇ ਨਾਲ ਨਿਰਭਉ ਪ੍ਰਮਾਤਮਾ ਪਰਮੇਸ਼ਰ ਵਸ ਜਾਂਦਾ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਆਪਣੇ ਨਾਲ ਵਸਦਾ ਸਮਝ ਲਿਆ, ਉਹ ਨਿਰਭਉ ਹੋ ਗਏ ਨੇ। ਫਿਰ ਡਰਨਾ ਉਹਨਾਂ ਦੇ ਨੇੜੇ ਨਹੀਂ ਆ ਸਕਦਾ, ਡਰ ਉਹਨਾਂ ਦੇ ਕੋਲ ਨਹੀਂ ਆ ਸਕਦਾ। ਸੋ ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਰਹਿਰਾਸ ਵਿੱਚ ਰੋਜ਼ ਪੜ੍ਹਦੇ ਹਾਂ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਨੇ। ਬਾਕੀ ਸਾਰੇ ਸ਼ਬਦ ਦੇ ਵਿੱਚ ਪਰਮੇਸ਼ਰ ਦੀ ਸਰਬ ਵਿਆਪਕਤਾ ਦਰਸਾ ਰਹੇ ਨੇ। ਕਹਿਣ ਲੱਗੇ ਹੁਣ ਡਰਨਾ ਕਿਹੜੀ ਚੀਜ਼ ਤੋਂ ਆ, ਕਿਉਂਕਿ ਸਾਰਿਆਂ ਦੇ ਵਿੱਚ ਤੇ ਰੱਬ ਆ, ਸਾਰਿਆਂ ਵਿੱਚ ਤੇ ਉਹ ਪਰਮੇਸ਼ਰ ਆ ਜਿਹਨੂੰ ਮੈਂ ਆਪਣੇ ਨਾਲ ਵਸਦਾ ਸਮਝ ਲਿਆ। ਇਸ ਗੱਲ ਦੀ ਵਿਆਖਿਆ ਹੈ ਅੱਜ ਵਾਲੇ ਸਾਰੇ ਸ਼ਬਦ ਦੇ ਵਿੱਚ। ਸ਼ਾਇਦ ਬਹੁਤੇ ਵਿਸਥਾਰ ਵਿੱਚ ਆਪਣੇ ਕੋਲੋਂ ਨਾ ਜਾਇਆ ਜਾ ਸਕੇ, ਟੂਕ ਮਾਤਰ ਤੇ ਮੈਂ ਪਹਿਲੋਂ ਇਹ ਅੱਖਰ ਤਾਂ ਵਰਤ ਕੇ ਬੇਨਤੀ ਕਰ ਦਿੱਤੀ ਵੀ ਸਾਰਿਆਂ ਦਾ ਧਿਆਨ ਇਸ ਗੱਲ ਵਿੱਚ ਆ ਜਾਏ ਵੀ ਇਸ ਸਾਰੇ ਸ਼ਬਦ ਦੀਆਂ ਜਿਹੜੀਆਂ ਪੰਕਤੀਆਂ ਆਉਣੀਆਂ ਨੇ, ਉਹਨਾਂ ਦਾ ਸਾਰ ਸਿਧਾਂਤ ਇਹ ਹੈ ਵੀ ਸਾਰਿਆਂ ਵਿੱਚ ਹੀ ਪਰਮੇਸ਼ਰ ਵਸਦਾ ਹੈ। ਭਾਵੇਂ ਕੋਈ ਗਰੀਬ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਮੂਰਖ ਹੈ, ਭਾਵੇਂ ਕੋਈ ਪੰਡਤ ਹੈ, ਭਾਵੇਂ ਕੋਈ ਦਾਤਾ ਆ, ਭਾਵੇਂ ਕੋਈ ਦਾਨ ਲੈਣ ਵਾਲਾ ਆ, ਸਾਰਿਆਂ ਵਿੱਚ ਤੇ ਤੂੰ ਵਸਦਾ। ਡਰਾਂ ਕਿਹਦੇ ਕੋਲੋਂ? ਉਸ ਪ੍ਰਕਾਰ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਂਦੇ ਹੋਏ ਇਸ ਪਾਵਨ ਸ਼ਬਦ ਰਾਹੀਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਦੇ ਨੇ। ਏਕ ਮਹਿਲ ਤੂੰ ਹੋਏ ਅਫਾਰੋ, ਏਕ ਮਹਿਲ ਨਿਮਾਨੂ। ਇੱਥੇ ਉਚਾਰਨ ਮਹਿਲ ਹੀ ਕਰਨਾ, ਇੱਥੇ ਮਹੱਲ ਨਹੀਂ ਹੋ ਸਕਦਾ, ਕਿਉਂਕਿ ਲੱਲੇ ਨੂੰ ਸਿਹਾਰੀ ਹੈ। ਮਹੱਲ ਜਿਹੜਾ ਉਹ ਇੱਕ ਦਾ ਵਾਚਕ ਹੁੰਦਾ ਹੈ, ਮਹਿਲ ਲੱਲੇ ਨੂੰ ਸਿਹਾਰੀ ਹੋਣ ਦੇ ਨਾਲ ਇਹਦਾ ਅਰਥ ਮਹਾਂਪੁਰਸ਼ਾਂ ਨੇ ਬਹੁਵਚਨ ਕੀਤਾ ਹੈ। ਬਹੁਵਚਨ ਦਾ ਅਰਥ ਆ ਵੀ ਇੱਥੇ ਮਹਿਲ ਦਾ ਅਰਥ ਆ ਸਰੀਰ। ਜਿਹੜੇ ਸਾਡੇ ਸਰੀਰ ਨੇ ਸਾਰੇ, ਇਹਨਾਂ ਸਰੀਰਾਂ ਦਾ ਵਾਚਕ ਹੈ ਇਹ ਮਹਿਲ। ਇਸ ਕਰਕੇ ਕਹਿ ਰਹੇ ਨੇ ਏਕ ਮਹਿਲ ਤੂੰ ਹੋਏ ਅਫਾਰੋ। ਅਫਾਰੋ ਦਾ ਅਰਥ ਵਿਦਵਾਨ ਕਰਦੇ ਨੇ ਜਿਹੜਾ ਅਫਾਰ, ਅਮੋੜ ਹੁਕਮ ਚਲਾਉਣ ਵਾਲਾ, ਜਿਹਦੇ ਹੁਕਮ ਨੂੰ ਮੋੜਨਾ, ਜਿਹਦੇ ਹੁਕਮ ਨੂੰ ਨਾ ਮੰਨਣਾ ਕਿਸੇ ਕੋਲੇ ਸਮਰੱਥਾ ਹੀ ਨਾ ਹੋਵੇ, ਜਿਹਨੂੰ ਕਹਿੰਦੇ ਅਮੋੜ ਹੁਕਮ ਚਲਾਉਣ ਵਾਲਾ ਤੂੰ ਅਫਾਰੋ ਹੋ ਕਰਕੇ ਸਤਿਗੁਰੂ ਜੀ ਕੁਝ ਐਸੇ ਸਰੀਰ ਨੇ। ਇੱਕ ਮਹਿਲ ਉਹ ਹੈ, ਇੱਕ ਤਨ ਸਰੀਰ ਉਹ ਆ ਜਿਹਦੇ ਵਿੱਚ ਬਹਿ ਕਰਕੇ ਤੂੰ ਰਾਜ ਗੱਦੀਆਂ ਦਾ ਮਾਲਕ ਬਣ ਕੇ ਅਫੋਰ ਜਿਹੜਾ ਹੁਕਮ ਹੈ ਉਹ ਚਲਾਇਆ ਹੈ ਸੰਸਾਰ ਤੇ। ਆਪਣੇ ਆਪ ਨੂੰ ਬਹੁਤ ਹੁਕਮਰਾਨ ਬਣਾ ਕਰਕੇ ਦੁਨੀਆ ਤੇ ਚਲਾਉਣਾ ਕੀਤਾ ਹੈ। ਫਿਰ ਇੱਥੇ ਬਸ ਨਹੀਂ, ਦੂਸਰੇ ਪਾਸੇ ਏਕ ਮਹਿਲ ਨਿਮਾਨੋ, ਤੇ ਇੱਕ ਸਰੀਰ ਉਹ ਹੈ ਜਿਨ੍ਹਾਂ ਸਰੀਰਾਂ ਵਿੱਚ ਰਹਿ ਕੇ ਸੱਚੇ ਪਾਤਸ਼ਾਹ ਤੂੰ ਮਾਨ ਤੋਂ ਰਹਿਤ ਆ, ਤੈਨੂੰ ਕੋਈ ਮਾਨ ਨਹੀਂ ਆ, ਭਾਵ ਕਿ ਉਹ ਗਰੀਬ ਆ, ਉਹਨੂੰ ਕਿਸੇ ਪ੍ਰਕਾਰ ਦਾ ਨਾ ਤਨ ਦਾ ਮਾਣ ਹੈ, ਨਾ ਮਨ ਦਾ ਮਾਣ ਹੈ, ਨਾ ਧਨ ਦਾ ਮਾਣ ਹੈ। ਇਹ ਸੱਚੇ ਪਾਤਸ਼ਾਹ ਜੇ ਅਫਾਰੋ ਹੋ ਕਰਕੇ ਹੁਕਮ ਚਲਾਉਣਾ ਹੈ ਤੇ ਉਸ ਮਹਿਲ ਸਰੀਰ ਦੇ ਵਿੱਚ ਵੀ ਤੂੰ ਆ, ਤੇ ਜੇ ਨਿਮਾਣਾ ਹੋ ਕਰਕੇ ਦੁਨੀਆ ਦੀ ਜ਼ਿੰਦਗੀ ਜਿਉਣਾ, ਨੀਵਾਂ ਹੋ ਕੇ ਚੱਲਦਾ ਹੈ, ਤੇ ਸੱਚੇ ਪਾਤਸ਼ਾਹ ਪ੍ਰਮਾਤਮਾ ਜੀ ਉਸ ਨਿਰਮਾਣਤਾ ਵਿੱਚ ਜਿਉਣ ਵਾਲੇ ਦੇ ਵਿੱਚ ਵੀ ਤੂੰ ਹੀ ਹੈ, ਉਹਦੇ ਵਿੱਚ ਵੀ ਤੂੰ ਵਸਦਾ ਹੈ। ਮੈਂ ਬਹੁਤੀ ਵਿਆਖਿਆ ਵਿੱਚ ਨਾ ਜਾਵਾਂ, ਅੱਗੇ ਬਚਨ ਆ ਰਹੇ ਨੇ। ਕਹਿਣ ਲੱਗੇ ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਂ ਨੂੰ। ਗਰੀਬ ਨਿਵਾਸ ਸੱਚੇ ਪਾਤਸ਼ਾਹ ਇਸ ਪੰਕਤੀ ਦਾ ਪਹਿਲਾ ਅਰਥ ਆ ਵੀ ਇੱਕ ਮਹਿਲ ਵਿੱਚ, ਇੱਕ ਸਰੀਰ ਵਿੱਚ ਤਾਂ ਤੂੰ ਐਸੇ ਰੂਪ ਵਿੱਚ ਹੈ ਜਿਨ੍ਹਾਂ ਨੇ ਤੇਰੇ ਨਾਮ ਦੀ ਬੰਦਗੀ ਵਿੱਚ ਜੁੜ ਕੇ ਆਪਣੇ ਆਪ ਦੇ ਅਸਲੀ ਵਜੂਦ ਨੂੰ, ਆਪਣੇ ਆਪ ਦੀ ਅਸਲੀ ਅਸਲੀਅਤ ਨੂੰ ਪਛਾਣ ਲਿਆ, ਆਪਣੀ ਜੋਤ ਨੂੰ ਪਰਮੇਸ਼ਰ ਦੀ ਜੋਤ ਵਿੱਚ ਲੀਨ ਕਰ ਲੈਣਾ ਕੀਤਾ। ਆਪਾ ਭਾਵ ਮੈਂ ਆਪ ਕੌਣ ਆ, ਮੇਰਾ ਅਸਲੀ ਕੁਪਣਾ ਮੇਰਾ ਕੀ ਆ, ਉਹਨੂੰ ਪਛਾਣ ਲੈਣਾ ਕੀਤਾ। ਉਹਨੂੰ ਕਹਿੰਦੇ ਨੇ ਪਰਮੇਸ਼ਰ ਨਾਲ ਜੁੜੇ ਹੋਏ ਸਾਧੂ।
ਕਹਿਣ ਲੱਗੇ ਪ੍ਰਮਾਤਮਾ ਜੀ ਇੱਕ ਐਸੇ ਸਰੀਰਾਂ ਵਿੱਚ ਬੈਠਾ ਹੋਇਆ ਤੂੰ ਆਪਣੇ ਆਪ ਨੂੰ ਜਾਣਨ ਵਾਲਾ ਬਣ ਗਿਆ ਹੈ। ਤੇ ਦੂਸਰਾ ਇਸੇ ਪੰਕਤੀ ਦਾ ਅਰਥ ਕੀਤਾ ਇੱਕ ਮਹਿਲ, ਇੱਕ ਸਰੀਰ ਐਸੇ ਨੇ ਜਿਹਦੇ ਵਿੱਚ ਮਨੁੱਖ ਕਹਿੰਦਾ ਆਪੇ ਆਪੇ ਮੈਂ ਹੀ ਮੈਂ ਹਾਂ, ਭਾਵ ਕਿ ਮੇਰੀ ਗੱਲ ਹੀ ਮੰਨੀ ਜਾਏ, ਮੇਰੀ ਗੱਲ ਹੀ ਸੁਣੀ ਜਾਏ, ਮੇਰੀ ਗੱਲ ਦਾ ਕੀਤਾ ਹੁਕਮ ਹੀ ਸਾਰਿਆਂ ਨੂੰ ਮੰਨਣਾ ਪੈਣਾ ਹੈ, ਮੇਰੀ ਗੱਲ ਦੇ ਅੱਗੇ ਇਨਕਾਰ ਨਹੀਂ ਕੀਤਾ ਜਾ ਸਕਦਾ। ਜੋ ਮੈਂ ਸੋਚ ਲਿਆ, ਜੋ ਮੇਰੇ ਦਿਮਾਗ 'ਚ ਆ ਗਿਆ, ਜੋ ਮੈਂ ਜ਼ਬਾਨੋਂ ਕਹਿ ਦਿੱਤਾ ਉਹ ਪੂਰਾ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਆਪੇ ਆਪ ਦਾ ਹੰਕਾਰ ਲੈ ਕੇ ਬੈਠਾ ਹੋਇਆ। ਆਪੇ ਆਪ ਦਾ ਅਰਥ ਇਹ ਵੀ ਕੀਤਾ ਵੀ ਆਪਣੇ ਤਨ ਦਾ ਹੰਕਾਰ ਕਰਦਾ ਵੀ ਮੈਂ ਬੜਾ ਸੋਹਣਾ ਵਾਂ, ਮੈਂ ਬੜਾ ਸੁੰਦਰ ਆ, ਮੈਂ ਬੜਾ ਬਲਵਾਨ ਆ, ਮੇਰੇ ਕੋਲੇ ਤਾਕਤ ਬੜੀ ਆ। ਇਸ ਪ੍ਰਕਾਰ ਦਾ ਆਪੇ ਆਪ ਦਾ ਮਾਣ ਕਰਕੇ ਬੈਠਾ। ਇਹ ਸੱਚੇ ਪਾਤਸ਼ਾਹ ਜਿਹੜੇ ਇਹੋ ਜਿਹੇ ਜਿਉਂਦੇ ਨੇ ਉਹਨਾਂ ਵਿੱਚ ਵੀ ਤੇ ਤੂੰ ਹੀ ਹੈ, ਉਹਨਾਂ ਵਿੱਚ ਵੀ ਤੇਰੀ ਜੋਤ ਹੀ ਵਸਦੀ ਹੈ। ਜੇ ਇਹਦੀ ਹੋਰ ਪਾਸੇ ਵਿਆਖਿਆ ਦੂਜੇ ਪਾਸੇ ਤੋਂ ਕਰਨਾ ਹੋਵੇ ਕਿ ਸੱਚੇ ਪਾਤਸ਼ਾਹ ਤੇਰੀ ਜੋਤ ਇਸ ਕਰਕੇ ਮੈਂ ਕੋਈ ਕੇਵਲ ਕਹਾਵਤਾਂ ਜਾਂ ਕੋਈ ਕਵਿਤਾ ਬਣਾ ਕੇ ਨਹੀਂ ਕਹਿ ਰਿਹਾ, ਇਹਦੀ ਵਿਆਖਿਆ ਹੋ ਸਕਦੀ ਹੈ ਵੀ ਜਿਹੜਾ ਬੰਦਾ ਆਪਣੇ ਆਪ ਦੇ ਹੰਕਾਰ ਦਾ ਬੋਲ ਬੋਲਦਾ ਹੈ ਉਹ ਕਹਿੰਦਾ ਮੇਰੀ ਰਸਨਾ ਤੋਂ ਨਿਕਲਿਆ ਹਰ ਬੋਲ ਸੱਚ ਹੋਣਾ ਚਾਹੀਦਾ ਹੈ, ਕੋਈ ਮੇਰੇ ਹੁਕਮ ਦੀ ਅਦੂਲੀ ਨਹੀਂ ਕਰ ਸਕਦਾ। ਤੇ ਜਦੋਂ ਪਰਮੇਸ਼ਰ ਦੀ ਜੋਤ ਉਹਦੇ ਵਿੱਚੋਂ ਨਿਕਲ ਜਾਏ ਫਿਰ ਕਿੱਧਰ ਗਿਆ ਭਾਈ, ਫਿਰ ਤੇ ਕੋਈ ਵੀ ਨਹੀਂ ਰਿਹਾ। ਉਹ ਤਨ ਤੇ ਉੱਥੇ ਹੀ ਹੈ ਨਾ। ਨਹੀਂ ਸੱਚੇ ਪਾਤਸ਼ਾਹ ਇਹ ਜੇ ਉਹਨੇ ਇਹੋ ਜਿਹਾ ਸੁਭਾਅ ਧਾਰਨ ਕੀਤਾ ਤੇ ਉਹ ਤੇਰੀ ਵਿੱਚ ਵਰਤਦੀ ਹੋਈ ਚੇਤਨ ਸ਼ਕਤੀ ਦੀ ਬਰਕਤ ਨਾਲ ਹੀ ਆ। ਜੇ ਉਹ ਚੇਤਨ ਸ਼ਕਤੀ ਦੀ ਬਰਕਤ ਵਿੱਚੋਂ ਨਿਕਲ ਜਾਏ, ਜਿਹਨੂੰ ਆਪਾਂ ਕਹੀਏ ਸਾਹ ਨਿਕਲ ਗਏ, ਜਾਨ ਨਿਕਲ ਗਈ, ਤਨ ਤੇ ਉੱਥੇ ਹੀ ਹੈ ਨਾ। ਜਿਹੜੇ ਤਨ ਦਾ ਮਾਣ ਕਰਦਾ ਸੀ ਵੀ ਮੈਂ ਬੜਾ ਬਲਵਾਨ ਆ, ਜਿਹੜੇ ਤਨ ਵਿੱਚ ਪ੍ਰਾਪਤ ਹੋਈ ਬੁੱਧੀ ਦਾ ਬੜਾ ਮਾਣ ਕਰਦਾ ਸੀ ਮੈਂ ਬੜਾ ਸਿਆਣਾ ਵਾਂ, ਜਦੋਂ ਵਿੱਚੋਂ ਜਾਨ ਨਿਕਲ ਗਈ ਤਨ ਤੇ ਵਿੱਚ ਹੀ ਹੈ। ਸਰੀਰ ਤੇ ਹੈਗਾ ਪਰ ਕੁਝ ਵੀ ਕਰਨ ਦੇ ਸਮਰੱਥ ਨਹੀਂ। ਇਸ ਕਰਕੇ ਮਹਾਰਾਜ ਕੁਝ ਐਸੇ ਸਰੀਰ ਨੇ ਜਿਨ੍ਹਾਂ ਵਿੱਚ ਤੂੰ ਵਰਤਦਾ ਹੋਇਆ ਆਪੇ ਆਪ ਵਿੱਚ ਹੈ, ਆਪਣੇ ਆਪ ਦੇ ਹੰਕਾਰ ਵਿੱਚ ਵਰਤਦਾ ਹੈ। ਫਿਰ ਦੂਸਰੇ ਪਾਸੇ ਮਹਾਰਾਜ ਏਕ ਮਹਿਲ ਗਰੀਬਾਂ ਨੂੰ, ਤੇ ਏਕ ਮਹਿਲ ਐਸੇ ਨੇ ਜਿਹੜੇ ਗਰੀਬ ਨੇ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਖਾਣ ਵਾਸਤੇ ਪਤਾ ਨਹੀਂ ਸ਼ਾਮ ਨੂੰ ਰੋਟੀ ਮਿਲਣੀ ਕਿ ਨਹੀਂ ਮਿਲਣੀ। ਜੇ ਸ਼ਾਮ ਨੂੰ ਪੇਟ ਭਰ ਕੇ ਕੁਝ ਖਾਣ ਨੂੰ ਮਿਲ ਗਿਆ ਪਤਾ ਨਹੀਂ ਸਵੇਰ ਨੂੰ ਪ੍ਰਸ਼ਾਦਾ ਮਿਲਣਾ ਕਿ ਨਹੀਂ ਮਿਲਣਾ। ਐਸੀ ਗਰੀਬੀ ਦੇ ਤਲ ਤੇ ਜਿਉਂਦੇ ਨੇ। ਸਾਧ ਸੰਗਤ ਜੀ ਅੱਗੇ ਵੀ ਕਈ ਵਾਰੀ ਬੇਨਤੀਆਂ ਕੀਤੀਆਂ ਨੇ, ਜੇ ਮੇਰੇ ਮਾਲਕ ਪ੍ਰਮਾਤਮਾ ਨੇ ਸਾਨੂੰ ਦੁਨੀਆਦਾਰੀ ਦੀਆਂ ਸੁੱਖ ਸਹੂਲਤਾਂ ਬਖਸ਼ੀਆਂ ਨੇ ਨਾ, ਤੇ ਉਹਨਾਂ ਵਿੱਚ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੋਂ ਅਹਿਸਾਨ ਫਰਾਮੋਸ਼ ਨਹੀਂ ਹੋਣਾ ਚਾਹੀਦਾ। ਐਵੇਂ ਆਪਣੇ ਮਨ ਦਿਆਂ ਸਵਾਦਾਂ ਵਿੱਚ ਪੈ ਕਰਕੇ, ਮਨ ਦਿਆਂ ਖਿਆਲਾਂ ਵਿੱਚ ਪੈ ਕਰਕੇ ਅੱਧਾ ਖਾ ਲਿਆ, ਅੱਧਾ ਸੁੱਟਤਾ, ਅੱਧਾ ਪੈਰਾਂ 'ਚ ਰੋਲ ਦਿੱਤਾ। ਇਸ ਤਰ੍ਹਾਂ ਅੰਨ ਆਦਿਕ ਦੇ ਪਦਾਰਥਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਜੇ ਇਸੇ ਤਰ੍ਹਾਂ ਕੀਤੀ ਨਾ, ਆਮ ਤੌਰ ਤੇ ਸਿੱਖ ਵਿਦਵਾਨਾਂ ਵੱਲੋਂ ਇਹ ਵਿਆਖਿਆ ਕੀਤੀ ਜਾਂਦੀ ਸੀ, ਜਿਹੜਾ ਮਨੁੱਖ ਪਿਛਲੇ ਜਨਮਾਂ ਵਿੱਚ ਜੁੱਤੀਆਂ ਚੋਰੀ ਕਰਦਾ ਰਿਹਾ ਉਹਨਾਂ ਨੂੰ ਇਸ ਜਨਮ ਦੇ ਵਿੱਚ ਪੈਰੀ ਜੋੜਾ ਪਾਉਣ ਨੂੰ ਨਸੀਬ ਨਹੀਂ ਹੁੰਦਾ। ਜਿਹੜਾ ਇਸੇ ਪ੍ਰਕਾਰ ਅੱਜ ਵੀ ਇਸ ਜਨਮ ਦੇ ਵਿੱਚ ਅੰਨ ਦੀ ਬੇਅਦਬੀ ਕਰਦਾ ਹੈ, ਅੱਧਾ ਖਾ ਲਿਆ, ਅੱਧਾ ਪੀ ਲਿਆ, ਅੱਧਾ ਸੁੱਟ ਦਿੱਤਾ, ਉਹਦੀ ਕਦਰ ਨਾ ਕੀਤੀ, ਰੱਬ ਨਾ ਕਰੇ, ਗੁਰੂ ਕਿਰਪਾ ਕਰੇ ਪਿਆਰਿਓ ਕਿਸੇ ਉੱਤੇ ਇਹੋ ਜਿਹਾ ਭਾਣਾ ਨਾ ਵਰਤੇ। ਇਹ ਨਾ ਹੋਵੇ ਅੱਗੇ ਕੱਲ ਵਾਲੇ ਆਉਣ ਨੂੰ ਮੁੜ ਕੇ ਪੀਣ ਤੇ ਖਾਣ ਨੂੰ ਲੱਭੇ ਕੁਝ ਨਾ। ਜੇ ਇਸ ਪਾਸੇ ਦੀ ਕਿਤੇ ਕੋਈ ਪ੍ਰੀਖਿਆ ਵਾਲਾ ਪਾਸਾ ਆ ਗਿਆ ਤੇ ਬੜਾ ਔਖਾ ਜੇ, ਬੜਾ ਔਖਾ ਜੇ, ਨਹੀਂ ਝੱਲਿਆ ਜਾ ਸਕਦਾ। ਜਦੋਂ ਗਰੀਬੀ ਦਾ ਤਲ ਜਿਉਣ ਵਾਸਤੇ ਮਿਲਦਾ ਹੈ ਨਾ, ਇੱਥੋਂ ਤੱਕ ਦੀ ਗਰੀਬੀ ਆ ਵੀ ਲੂੰ ਕੰਡੇ ਖੜੇ ਹੋ ਜਾਂਦੇ ਨੇ। ਤੁਸੀਂ ਆਮ ਤੌਰ ਤੇ ਕਿਤੇ ਆਪਣੇ ਦੇਸ਼ ਵਿੱਚ ਜਾਓ, ਟ੍ਰੇਨਾਂ ਆਦਿਕ ਦੇ ਵਿੱਚ ਸਫ਼ਰ ਕਰੋ, ਜਿੱਥੇ ਜਾ ਕਰਕੇ ਪਲੇਟਫਾਰਮ ਤੇ ਟ੍ਰੇਨ ਰੁਕਦੀ ਹੈ, ਇੱਕ ਪਾਸੇ ਦੀਆਂ ਉਹ ਟ੍ਰੇਨ ਦੀਆਂ ਵਿੰਡੋਆਂ ਜਿਹੜੀਆਂ ਬਾਰੀਆਂ ਨੇ ਉਸ ਪਲੇਟਫਾਰਮ ਵੱਲ ਨੂੰ ਸਵਾਰੀਆਂ ਦੇ ਚੜ੍ਹਨ ਵਾਸਤੇ ਉਤਰਨ ਵਾਸਤੇ ਰਾਹ ਨੇ, ਤੇ ਉਸੇ ਥਾਂ ਤੋਂ ਉਸ ਟ੍ਰੇਨ ਦੇ ਦੂਸਰੇ ਪਾਸੇ ਦੀਆਂ ਵਿੰਡੋਆਂ ਵੱਲ ਵੇਖਣ ਦਾ ਯਤਨ ਕਰੋ, ਉੱਥੇ ਗੰਦਗੀ ਵਿੱਚ ਖਲੋਤੇ ਵਿਚਾਰੇ ਗਰੀਬ ਲੋਕਾਂ ਦੇ ਬੱਚੇ, ਜੋ ਤੁਸੀਂ ਟ੍ਰੇਨ ਵਿੱਚ ਬਹਿ ਕੇ ਖਾਧਾ ਆ, ਖਾ ਕਰਕੇ ਅੱਧਾ ਟੁਕਿਆ ਜਾਂ ਅੱਧਾ ਜੂਠਾ ਸੁੱਟਣਾ ਆ, ਸਬਜ਼ੀ ਭਾਜੀ ਰੋਟੀ, ਉਹ ਵਿਚਾਰੇ ਝੋਲੀਆਂ ਅੱਡ ਕੇ ਖੜੇ ਨੇ, ਮੇਰੀ ਝੋਲੀ 'ਚ ਪਾ ਦਿਓ ਮੈਂ ਖਾ ਲਾਂ। ਗਲੀਆਂ ਨਾਲੀਆਂ ਦੇ ਵਿੱਚੋਂ ਰੁੜਦੇ ਹੋਏ ਤੁਹਾਡੇ ਸੱਡੇ, ਤੁਹਾਡੇ ਛੁੱਟੇ ਹੋਏ ਚੌਲ ਤੇ ਦਾਲਾਂ ਦੇ ਦਾਣੇ ਕੱਢ ਕੱਢ ਕੇ ਖਾਂਦੇ ਅੱਖੀਂ ਵੇਖੇ ਨੇ। ਗਰੀਬੀ ਬੜੀ ਭੈੜੀ ਹੈ, ਗਰੀਬੀ ਬੜੀ ਭੈੜੀ ਹੈ। ਇਸ ਕਰਕੇ ਜੇ ਮੇਰੇ ਪ੍ਰਮਾਤਮਾ ਨੇ ਅੱਜ ਸੁੱਖ ਦਾ ਦਾਤ ਦਿੱਤਾ, ਸੁੱਖ ਦਾ ਦਾਨ ਦਿੱਤਾ ਹੈ, ਸੁੱਖ ਵਿੱਚ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਹੈ, ਤੇ ਇਸ ਸੁੱਖ ਦੀ ਕਦਰ ਕਰੀਏ, ਇਸ ਸੁੱਖ ਤੋਂ ਬੇਕਦਰੇ ਨਾ ਹੋਈਏ। ਕਿਤੇ ਕੱਲ ਨੂੰ ਕਿਤੇ ਪ੍ਰੀਖਿਆ ਵਾਲਾ ਕੋਈ ਇਮਤਿਹਾਨ ਨਾ ਪੈ ਜਾਏ, ਕਿੱਧਰ ਨੂੰ ਜਾਵਾਂਗੇ, ਫਿਰ ਨਹੀਂ ਪਾਸ ਹੋ ਪਾਵਾਂਗੇ। ਇਸ ਕਰਕੇ ਮਹਾਰਾਜ ਗਰੀਬੀ ਵਾਲੇ ਇਸ ਜ਼ਿੰਦਗੀ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।
महाराज जी ਜਿਹੜੇ ਉਹ ਵਿਚਾਰੇ ਭਿਖਾਰੀ ਬਣ ਕੇ ਗਰੀਬ ਬਣ ਕੇ ਝੂਠੀਆਂ ਰੋਟੀਆਂ ਤੇ ਝੂਠੀਆਂ ਪੱਤਲਾਂ ਦੀਆਂ ਦਾਲਾਂ ਖਾ ਖਾ ਕੇ ਆਪਣਾ ਪੇਟ ਭਰਨ ਵਾਲੇ ਨੇ, ਉਹਨਾਂ ਵਿੱਚ ਵੀ ਤੂੰ ਆ। ਇੱਕ ਮਹਿਲ ਗਰੀਬਾਂ ਨੂੰ, ਸੱਚੇ ਪਾਤਸ਼ਾਹ ਉਹਨਾਂ ਗਰੀਬਾਂ ਵਿੱਚ ਵੀ ਤੂੰ ਇੱਕ ਮਹਿਲ ਬਣ ਕੇ, ਉਹਨਾਂ ਇੱਕ ਗਰੀਬ ਦੇ ਸਰੀਰਾਂ ਵਿੱਚ ਵੀ ਤੂੰ ਵਸਦਾ। ਇੱਥੇ ਹੀ ਬਸ ਨੇ, ਅੱਗੇ ਬਚਨ ਆ ਰਹੇ ਨੇ, ਕਹਿਣ ਲੱਗੇ ਏਕ ਮਹਿਲ ਤੂੰ ਪੰਡਤ ਭਗਤਾ, ਪੰਡਤ ਬਣ ਕੇ, ਵਿਦਵਾਨ ਬਣ ਕੇ, ਚਾਰਾਂ ਵੇਦਾਂ ਦੀ ਵਿਆਖਿਆ ਕਰਨ ਵਾਲਾ ਹੈ, 18 ਪੁਰਾਣਾਂ ਦੀ ਵਿਆਖਿਆ ਕਰਨ ਵਾਲਾ ਹੈ, 6 ਸ਼ਾਸਤਰਾਂ ਦੀ ਵਿਆਖਿਆ ਕਰਨ ਵਾਲਾ ਹੈ, 27 ਸਿਮਰਤੀਆਂ ਦੇ ਗ੍ਰੰਥਾਂ ਦੀ ਵਿਆਖਿਆ ਕਰਨ ਵਾਲਾ ਹੈ, ਧਰਮ ਦੀਆਂ ਵਿਆਖਿਆਵਾਂ ਕਰਦਾ ਹੈ, ਸੰਸਾਰ ਦੀਆਂ ਵਿਆਖਿਆ ਕਰਦਾ ਹੈ, ਇੰਜੀਨੀਅਰ ਬਣ ਗਿਆ, ਡਾਕਟਰ ਬਣ ਗਿਆ, ਫਿਲਾਸਫਰ ਬਣ ਗਿਆ, ਪਤਾ ਨਹੀਂ ਕੀ ਕੁਝ ਬਣ ਗਿਆ। ਪੰਡਤ ਹੀ ਹੈ ਨਾ, ਵਿਦਵਾਨ ਦੀ ਗੱਲ ਹੈ। ਫਿਲਾਸਫਰ ਬਣੇ ਇਥੋਂ ਤੱਕ ਦੇ ਲੋਕ ਕਹਿੰਦੇ ਦੁਨੀਆ ਦੀਆਂ ਤਖਤਿਆਂ ਤੇ ਵੇਖੇ ਨੇ। ਅਫਲਾਤੂ ਨਾਮੀ ਇੱਕ ਫਿਲਾਸਫਰ ਦਾ ਜ਼ਿਕਰ ਇਥੋਂ ਤੱਕ ਜ਼ਿਕਰ ਆਉਂਦਾ ਹੈ ਵੀ ਉਹਨੇ ਆਪਣੀ ਸਿਆਣਪ ਦੀਆਂ ਘੜੀਆਂ ਹੋਈਆਂ ਘਾੜਤਾਂ ਦੇ ਬੁੱਤਾਂ ਦੇ ਕਲਬੂਤਾਂ ਵਿੱਚੋਂ ਆਪਣੇ ਸਰੂਪ ਵਰਗਾ, ਆਪਣੇ ਤਨ ਵਰਗਾ ਇਹੋ ਜਿਹਾ ਕਲਬੂਤ ਘੜ ਕੇ ਰੱਖ ਦਿੱਤਾ ਸੀ। 5-10 ਆਪਣੇ ਵਰਗੇ ਬਣਾ ਦੇ, ਇੱਕ ਵਿੱਚ ਆਪ ਬਣ ਕੇ ਬਹਿ ਗਿਆ। ਤੇ ਜਦੋਂ ਮੌਤ ਲੱਭਣ ਵਾਸਤੇ ਆਈ ਤੇ ਸੱਚ ਜਾਣਿਓ ਉਹ ਕਲਬੂਤ ਬਣਾਏ ਹੋਏ ਲੱਕੜ ਦੇ ਕਲਬੂਤਾਂ ਦੇ ਵਿੱਚੋਂ ਵੇਖ ਕੇ ਮੌਤ ਵੀ ਭੁਲੇਖੇ 'ਚ ਪੈ ਗਈ ਸੀ, ਪਛਾਣ ਨਹੀਂ ਸਕੀ। ਇਹੋ ਜਿਹੇ ਫਿਲਾਸਫਰ ਵੀ ਹੈਗੇ ਨੇ ਦੁਨੀਆ ਤੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਕ ਵਿੱਚ ਇੱਕ ਮਹਿਲ ਸਰੀਰ ਦੇ ਵਿੱਚ ਤੇ ਬੜਾ ਵਿਦਵਾਨ ਹੋ ਕੇ ਪੰਡਤ ਬਣ ਕੇ ਬਕਦਾ ਹੈ, ਪਰ ਦੂਸਰੇ ਪਾਸੇ ਇੱਕ ਮਹਿਲ ਖਲ ਹੋਤਾ। ਖਲ ਦਾ ਅਰਥ ਹੈ ਮੂਰਖ, ਬੇਸ਼ਮਝ, ਜਿਹਨੂੰ ਗੱਲ ਕਰਨ ਦਾ ਪਤਾ ਨਹੀਂ, ਜਿਹਨੂੰ ਕਿਸੇ 4 ਬੰਦਿਆਂ 'ਚ ਬਹਿਣਾ ਨਹੀਂ ਆਉਂਦਾ। ਜੇ ਗੱਲ ਕਰਦਾ ਜਬ ਬੋਲੇ ਤਬ ਫੀਕੇ, ਪੁੱਠਾਈ, ਫਿੱਕਾਈ, ਕੌੜਾਈ, ਗਾਲੀ ਗਲੋਚ ਵਾਲਾ, ਗਲਤ ਮਲਤ ਬੋਲ ਬੋਲਿਆ, ਕਦੇ ਚੰਗਾ ਬੋਲ ਹੀ ਨਹੀਂ ਬੋਲਣਾ ਆਉਂਦਾ, ਉਹਨੂੰ ਕਹਿੰਦੇ ਨੇ ਖਲ। ਖਲ ਦਾ ਅਰਥ ਹੈ ਮੂਰਖ। ਸਾਧ ਸੰਗਤ ਜੀ ਕਹਿਣ ਲੱਗੇ ਇੱਕ ਮਹਿਲ ਸਰੂਪ ਹੈ, ਸਰੀਰ ਹੈ। ਮੇਰੇ ਦਾਤਾ ਜੀ ਤੂੰ ਪੰਡਤ ਵਿਦਵਾਨ ਬਣ ਕੇ, ਭਗਤਾ ਬਣ ਕੇ ਵਿਚਰਦਾ ਹੈ ਤੇ ਉਹਦੇ ਵਿੱਚ ਵੀ ਤੂੰ ਹੈ। ਇੱਕ ਦੇ ਵਿੱਚ ਮੂਰਖ ਬਣ ਕੇ ਵਿਚਾਰਾ ਸੰਸਾਰ ਦੇ ਠੇਡੇ ਖਾਂਦਾ ਫਿਰਦਾ ਹੈ। ਥਾਂ ਥਾਂ ਤੇ ਵੱਡੇ ਲੋਕ ਉਹਨੂੰ ਪੈਰਾਂ ਨਾਲ ਠੁੱਡੇ ਮਾਰ ਮਾਰ ਕੇ ਆਪਣੇ ਘਰਾਂ ਤੋਂ ਡਰਾ ਦਿੰਦੇ ਨੇ। ਉਸ ਮੂਰਖ ਵਿੱਚ ਵੀ ਦਾਤਾ ਤੂੰ ਆ, ਉਹਦੇ ਵਿੱਚ ਵੀ ਤੂੰ ਵਸਦਾ। ਮੈਂ ਪਹਿਲੋਂ ਅੱਖਰ ਵਰਤ ਕੇ ਤੁਰਿਆ, ਸਰਬ ਵਿਆਪਕ ਦੀ ਗੱਲ ਕੀਤੀ ਹੈ ਮਹਾਰਾਜ ਨੇ। ਪਰਮੇਸ਼ਰ ਦੀ ਜੋਤ ਸਾਰਿਆਂ 'ਚ ਵਸਦੀ ਹੈ। ਇੱਥੇ ਅਜੇ ਬਸ ਨਹੀਂ, ਹੋਰ ਬਚਨ ਆ ਰਹੇ ਨੇ ਅੱਗੇ। ਇੱਕ ਮਹਿਲ ਤੂੰ ਸਭ ਕਿਛ ਗ੍ਰਾਹਜ, ਸੱਚੇ ਪਾਤਸ਼ਾਹ ਇੱਕ ਸਰੂਪ, ਇੱਕ ਸਰੀਰ ਹੈ ਜਿਹਦੇ ਵਿੱਚ ਬੈਠਾ ਤੂੰ ਸਾਰਾ ਕੁਝ ਪ੍ਰਾਪਤ ਕਰ ਰਿਹਾ, ਸਾਰਾ ਕੁਝ ਗ੍ਰਹਿਣ ਕਰ ਰਿਹਾ। ਉਥੇ ਇਹਦਾ ਵਿਦਵਾਨਾਂ ਨੇ, ਅਰਥ ਮਹਾਂਪੁਰਸ਼ਾਂ ਨੇ ਕੀਤਾ ਵੀ ਮਾਨੋ ਗ੍ਰਿਸ਼ਤੀ ਆ, ਗ੍ਰਿਸ਼ਤੀ ਵਿੱਚ ਅੰਨ ਵੀ ਆ, ਦਾਣਾ ਵੀ ਆ, ਅਨਾਜ ਵੀ ਆ, ਕਾਰੋਬਾਰ ਵੀ ਆ, ਬਿਜ਼ਨਸ ਵੀ ਆ, ਸਾਰਾ ਕੁਝ ਆ। ਇਸ ਕਰਕੇ ਤੂੰ ਐਸੇ ਇੱਕ ਸਰੂਪ ਦੇ ਵਿੱਚ, ਇੱਕ ਸਰੀਰ ਦੇ ਵਿੱਚ ਸਾਰਾ ਕੁਝ ਗ੍ਰਾਹਜ ਕਰ ਰਿਹਾ ਵਾ, ਸਾਰਾ ਕੁਝ ਗ੍ਰਹਿਣ ਕਰ ਰਿਹਾ ਹੈ। ਇੱਕ ਮਹਿਲ ਕਛੂ ਨਾ ਲੇਤਾ, ਤੇ ਇੱਕ ਐਸਾ ਮਹਿਲ ਹੈ, ਇੱਕ ਐਸਾ ਸਰੀਰ ਆ ਜਿਹਦੇ ਵਿੱਚ ਸਤਿਗੁਰੂ ਤੂੰ ਤਿਆਗੀ ਵਿਰਾਗੀ ਹੋ ਕਰਕੇ ਇੱਕ ਜੌਵਾਂ ਦਾ ਦਾਣਾ ਦਾਨ ਵੀ ਨਹੀਂ ਲੈਂਦਾ। ਇਹੋ ਜਿਹੇ ਚੁਣਖ ਰਿਖੀ ਵਰਗੇ, ਸੰਤੋਖੀ ਰਿਖੀ ਵਰਗੇ ਬੜੇ ਇਹੋ ਜਿਹੀਆਂ ਰਿਖੀਆਂ ਪੈਗੰਬਰਾਂ ਦੀਆਂ ਸਾਖੀਆਂ ਭਰੀਆਂ ਪਈਆਂ ਨੇ, ਜਿਹੜੇ ਕਦੇ ਕਿਸੇ ਕੋਲੋਂ ਮੰਗ ਕੇ ਨਹੀਂ ਸੀ ਲੈਂਦੇ ਕੁਝ ਵੀ। ਸੰਤੋਖੀਆਂ ਦੀ ਗੱਲ ਜਦੋਂ ਆਉਂਦੀ ਹੈ ਨਾ, ਉੱਥੇ ਜ਼ਿਕਰ ਆਉਂਦਾ ਹੈ। ਸਾਡੇ ਵਰਗੇ ਬਾਹਰ ਵੀ ਕਹਿ ਦੇਣ ਵੀ ਆਪਣੇ ਮਹਿਲ ਬਣੇ ਨੇ, ਚੰਗੇ ਭਰੇ ਘਰ ਬਣੇ ਨੇ, ਗੱਡੀਆਂ ਨੇ, ਬੜੇ ਮਹਿੰਗੇ ਮਹਿੰਗੇ ਕੱਪੜੇ ਪਾਉਣੇ ਆ, ਮੁੜ ਕੇ ਨਹੀਂ ਜੀ ਮੈਂ ਤਾਂ ਸੰਤੋਖੀ ਹੁੰਦਾ। ਸੰਤੋਖੀ ਇਸ ਤਰ੍ਹਾਂ ਨਹੀਂ ਬਣਿਆ ਜਾਂਦਾ। ਸੰਤੋਖੀ ਉਹਨੂੰ ਚੁਣਖ ਰਿਖੀ ਨੂੰ ਕਿਹਾ ਮੰਨਿਆ ਜਾਂਦਾ। ਮੈਨੂੰ ਲੰਬੀ ਸਾਖੀ ਹੈ, ਮੈਂ 1 ਮਿੰਟ ਵਾਸਤੇ ਜ਼ਿਕਰ ਕਰਾਂ। ਕਹਿਣ ਲੱਗੇ ਘਰੋਂ ਆਪ ਕੁਝ ਨਹੀਂ, ਤੇ ਸੰਤੋਖੀ ਦਾ ਅਰਥ ਆ ਕਿਸੇ ਕੋਲੋਂ ਮੰਗ ਕੇ ਭੀਖ ਵੀ ਨਹੀਂ ਲੈਣੀ। ਜੋ ਪਰਾਰਬਧ ਵਿੱਚ ਮਿਲ ਜਾਏ ਉਹਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਚਲਾਉਣਾ। ਤੇ ਇਸ ਚੁਣਖ ਰਿਖੀ ਦੇ ਗੱਲ ਆਉਂਦੀ ਹੈ ਉਸ ਵੇਲੇ ਵੀ ਕਿੰਨੇ ਦਿਨਾਂ ਦਾ ਭੁੱਖਾ ਹੈ, ਕਿਤੇੋਂ ਖਾਣ ਵਾਸਤੇ ਕਿਤੇ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੋਇਆ, ਤਾਂ ਉਸ ਵੇਲੇ ਕਹਿੰਦੇ ਇਸ ਨੇ ਬਾਹਰ ਜਾ ਕਰਕੇ ਕੰਦ ਮੂਲ ਚੁਣ ਸਕਦਾ ਸੀ। ਉੱਥੇ ਜਾ ਕਰਕੇ ਇੱਕ ਸਤੂਆਂ ਦੇ ਭੌਂ ਤੋਂ, ਸਤੂਆਂ ਦੇ ਦਾਣਿਆਂ ਦੇ ਛਿਲਕੇ ਇਕੱਠੇ ਕੀਤੇ ਤੇ ਛਿਲਕੇ ਇਕੱਠੇ ਕਰਕੇ ਲਿਆਂਦੇ ਘਰੇ। ਸੋ ਇਸੇ ਤਰ੍ਹਾਂ ਕੁੰਡੇ ਵਿੱਚ ਪਾ ਕੇ ਡੰਡੇ ਨਾਲ ਰਗੜ ਕੇ ਉਹਦੇ ਵਿੱਚ ਪਾਣੀ ਪਾਇਆ, ਸਤੂਆਂ ਦੇ ਛਿਲਕਿਆਂ ਦੇ ਛਿੱਲ ਕਰਕੇ ਉਹਦੇ ਵਿੱਚ ਰਗੜ ਕੇ ਪ੍ਰਾਪਤ ਹੋਏ ਪਾਣੀ ਵਿੱਚੋਂ ਜਦੋਂ ਛੰਨੇ ਵਿੱਚ ਪਾ ਕੇ ਪੀਣ ਲੱਗਾ, ਇੱਕ ਛੰਨਾ ਆਪਣੇ ਵਾਸਤੇ ਰੱਖਿਆ, ਇੱਕ ਆਪਣੀ ਘਰ ਵਾਲੀ ਵਾਸਤੇ ਰੱਖਿਆ, ਇੱਕ ਬੱਚੇ ਵਾਸਤੇ ਰੱਖਿਆ। ਸਾਧ ਸੰਗਤ ਜੀ ਨਾਲ ਇਹਦਾ ਅਸੂਲ ਹੁੰਦਾ ਸੀ ਵੀ ਜਦੋਂ ਮੈਂ ਕੁਝ ਇਸ ਤਰ੍ਹਾਂ ਖਾਣਾ ਵਾ, ਇੱਕ ਪ੍ਰਮਾਤਮਾ ਦਾ ਹਿੱਸਾ ਵਿੱਚੋਂ ਕੱਢਾਂ, ਫਿਰ ਪ੍ਰਮਾਤਮਾ ਦਾ ਕੋਈ ਰੱਬ ਦਾ ਪਿਆਰਾ ਆਣ ਕੇ ਖਾਵੇ ਤੇ ਫਿਰ ਅਸੀਂ ਖਾਣਾ। 4 ਛੰਨੇ ਬਣਾਏ, ਇੱਕ ਆਪਣੀ ਘਰ ਵਾਲੀ ਦਾ, ਇੱਕ ਛੋਟੇ ਬੱਚੇ ਦਾ, ਇੱਕ ਆਪਣਾ, ਇੱਕ ਪ੍ਰਮਾਤਮਾ ਦੇ ਨਾਂ ਦਾ।
ਤੇ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰਿਆਂ ਨੂੰ ਆਵਾਜ਼ਾਂ ਪਿਆ ਮਾਰਦਾ ਕੋਈ, ਆਓ ਮਹਾਰਾਜ ਪ੍ਰਮਾਤਮਾ ਜੀ ਭੇਜੋ, ਸਾਨੂੰ ਭੋਜਨ ਮਿਲਿਆ ਹੈ। ਪ੍ਰਮਾਤਮਾ ਦੇ ਨਾਂ ਦਾ ਛੰਨਾ ਕੋਈ ਪਹਿਲੋਂ ਪੀਵੇ ਤੇ ਫਿਰ ਅਸੀਂ ਪੀਏ। ਕਹਿੰਦੇ ਰੱਬ ਦਾ ਪਿਆਰਾ ਕੋਈ ਆ ਗਿਆ ਇਹਦੀ ਹੋਰ ਪ੍ਰੀਖਿਆ ਕਰਨ ਵਾਸਤੇ। ਪਰਮੇਸ਼ਰ ਆ ਗਿਆ ਨਾ ਕੋਈ ਰੂਪ ਧਾਰਨ ਕਰਕੇ, ਕਸਵੱਟੀਆਂ ਤੇ ਲੱਗਦੀਆਂ ਹੀ ਨੇ ਰੱਬ ਦੇ ਪਿਆਰਿਆਂ ਨੂੰ। ਉਸ ਵੇਲੇ ਕਹਿੰਦੇ ਜਦੋਂ ਆਇਆ ਨਾ ਉਹ ਕੋਈ ਬਣ ਕੇ ਭਗਤ ਸਾਧੂ, ਉਹਨੂੰ ਕਹਿਣ ਲੱਗਾ ਜੀ ਕੁਛ ਛਕੋਗੇ? ਕਹਿੰਦੇ ਹਾਂ ਜੀ ਭੁੱਖ ਲੱਗੀ ਹੈ। ਇੱਕ ਛੰਨਾ ਰੱਬ ਦੇ ਨਾਂ ਵਾਲਾ ਉਹਦੇ ਅੱਗੇ ਦੇ ਦਿੱਤਾ। ਉਹ ਪ੍ਰਮਾਤਮਾ ਦਾ ਪਿਆਰਾ ਕਹਿਣ ਲੱਗਾ ਭੁੱਖ ਅਜੇ ਹੋਰ ਲੱਗੀ ਹੈ। ਚੁਣਖ ਰਿਖੀ ਨੇ ਆਪਣੇ ਹਿੱਸੇ ਵਾਲਾ ਛੰਨਾ 7 ਦਿਨਾਂ ਤੋਂ ਵੱਧ ਦਾ ਭੁੱਖਾ ਬੈਠਾ ਹੈ, ਤਾਂ ਉਸ ਵੇਲੇ ਆਪਣੇ ਵਾਲਾ ਛੰਨਾ ਵੀ ਦੇ ਦਿੱਤਾ। ਉਹ ਕਹਿਣ ਲੱਗਾ ਭੁੱਖ ਹੋਰ ਲੱਗੀ ਏ। ਧਰਮ ਸਪਤਨੀ ਨੇ ਵੀ ਆਪਣਾ ਪਤੀ ਧਰਮ ਨਿਭਾਇਆ, ਕਹਿਣ ਲੱਗੇ ਮੇਰੇ ਵਾਲਾ ਵੀ ਦਾਨ ਕਰ ਦਿਓ, ਆਪਣੇ ਵਾਲਾ ਵੀ ਦਾਨ ਕਰ ਦਿੱਤਾ। ਕਹਿਣ ਲੱਗਾ ਭੁੱਖ ਹੋਰ ਲੱਗੀ ਏ। ਤੇ ਛੋਟੇ ਬਾਲਕੇ ਦੀ ਤੋਤਲੀ ਆਵਾਜ਼ ਵਿੱਚੋਂ ਆਇਆ ਬਾਪੂ ਮੇਰਾ ਵੀ ਦੇ ਦੇ। ਇਹ ਹੈ ਸੰਤੋਖੀਆਂ ਦੀ ਕਹਾਣੀ, ਐਸੇ ਰੱਬ ਦੇ ਪਿਆਰਿਆਂ ਦੀਆਂ ਗਾਥਾਵਾਂ। ਸੋ ਇਸ ਪ੍ਰਕਾਰ ਕਹਿਣ ਲੱਗੇ ਹੈ ਮੇਰੇ ਮਾਲਕ ਪ੍ਰਮਾਤਮਾ ਇੱਕ ਮਹਿਲ ਕਛੂ ਨਾ ਲੇਤਾ। ਇੱਕ ਐਸੇ ਸੰਤੋਖੀ ਰੁਖੀ ਪਰਮੇਸ਼ਰ ਦੇ ਪਿਆਰਿਆਂ ਦੇ ਐਸੇ ਰੂਪ ਵਿੱਚ ਤੂੰ ਵਿਚਰਦਾ ਹੈ ਜਿੱਥੋਂ ਇੱਕ ਤਿਲ ਮਾਤਰ ਵੀ ਕੋਈ ਗ੍ਰਹਿਣ ਨਹੀਂ ਕਰਦਾ, ਕੁਝ ਨਹੀਂ ਲੈਂਦਾ, ਤਿਆਗੀ ਹੈ। ਇੱਥੇ ਹੀ ਬਸ ਨਹੀਂ, ਕਹਿਣ ਲੱਗੇ ਕਾਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨ ਹਾਰੋ ਜਾਨਾ। ਕਾਠ ਦਾ ਅਰਥ ਹੈ ਲੱਕੜ। ਤੇ ਆਪ ਜੀਆਂ ਨੇ ਵਿੱਚੋਂ ਸ਼ਾਇਦ ਕੋਈ ਬਜ਼ੁਰਗਾਂ ਨੂੰ ਥੋੜਾ ਬਹੁਤਾ ਹੋਵੇ ਚੇਤਾ, ਪੁਰਾਣੇ ਜ਼ਮਾਨਿਆਂ ਵਿੱਚ ਪੁਤਲੀਆਂ ਦੀਆਂ ਖੇਡਾਂ ਖੇਡਦੇ ਹੁੰਦੇ ਸੀ ਮਦਾਰੀ ਪਿੰਡਾਂ ਵਿੱਚ ਆਣ ਕੇ, ਜਿਹਨੂੰ ਕਠਪੁਤਲੀਆਂ ਦੀ ਖੇਡ ਕਹੀ ਜਾਂਦੀ ਸੀ। ਉਹਦੀ ਉਦਾਹਰਨ ਦੇ ਕੇ ਕਹਿਣ ਲੱਗੇ ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ। ਜਿਹੜਾ ਉਹ ਕਾਠ ਦੀਆਂ ਲੱਕੜ ਦੀਆਂ ਪੁਤਲੀਆਂ ਬਣਾਈਆਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਜਾਨ ਨਹੀਂ ਹੁੰਦੀ। ਉਹਨਾਂ ਦੇ ਸਿਰਾਂ ਦੇ ਉੱਤੇ ਤਾਰ ਬੰਨ੍ਹ ਕੇ ਅੱਗੇ ਮੰਜਿਆ ਲਾ ਕੇ, ਮੰਜੇ ਤੇ ਚਾਦਰ ਪਾ ਕੇ, ਚਾਦਰ ਦੇ ਪਰਦੇ ਦੇ ਉਹਲੇ ਬੈਠਾ ਹੁੰਦਾ ਸੀ ਉਹਨਾਂ ਪੁਤਲੀਆਂ ਨੂੰ ਖਿਡਾਉਣ ਵਾਲਾ। ਜਿਹੜੀ ਤਾਰ ਨੂੰ ਖਿੱਚਦਾ ਹੈ ਉਹ ਕਠਪੁਤਲੀ ਨੱਚਦੀ ਹੈ, ਜਿਹੜੀ ਨੂੰ ਢਿੱਲੀ ਕਰ ਦਿੰਦਾ ਦੂਜੇ ਬੰਨੇ ਨੂੰ ਚਲੇ ਜਾਂਦੀ ਹੈ। ਉਹਨਾਂ ਕੋਲ ਜੁਗਤੀਆਂ ਹੁੰਦੀਆਂ ਸੀ ਕਿਹੜੀ ਨੂੰ ਕਿੱਧਰ ਖੜਨਾ, ਕਿਹੜੀ ਨੂੰ ਕਿੱਧਰ ਖੜਨਾ। ਇਸ ਪ੍ਰਕਾਰ ਕਹਿਣ ਲੱਗੇ ਉਹ ਕਾਠ ਦੀਆਂ ਪੁਤਲੀਆਂ ਵਿਚਾਰੀਆਂ ਕੀ ਜਾਣਨ, ਉਹਨਾਂ ਦੀ ਖੇਡ ਤਾਂ ਖਿਲਾਵਣ ਵਾਲੇ ਦੇ ਹੱਥ ਆ, ਜਿੰਨੇ ਖਿਡਾਉਣਾ ਹੈ ਉਹਨਾਂ ਨੂੰ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ ਖਿਲਾਵਨ ਹਾਰੋ ਜਾਨਾ। ਉਹਨਾਂ ਕਾਠ ਦੀਆਂ ਪੁੱਤਰੀਆਂ ਨੂੰ ਖਿਡਾਉਣ ਵਾਲਾ ਜਾਣੇ ਵੀ ਉਹਨੂੰ ਕਿਹੜੀ ਖਿਡਾਉਣੀ ਹੈ। ਮਹਾਰਾਜ ਫਿਰ ਕੀ ਕਹਿਣਾ ਚਾਹੁੰਦੇ ਹੋ? ਕਹਿਣ ਲੱਗੇ ਇੱਕ ਹੋਰ ਉਦਾਹਰਨ ਸੁਣੋ। ਜੈਸਾ ਭੇਖ ਕਰਾਵੇ ਬਾਜੀਗਰ, ਉਹ ਬਾਜੀ ਖੇਡਣ ਵਾਲਾ ਜਿਹੜਾ ਬਾਜੀਗਰ ਆ, ਜਿਹੜਾ ਉਹ ਕਾਠ ਦੀਆਂ ਪੁਤਲੀਆਂ ਨੂੰ ਖਿਡਾਉਣ ਵਾਲਾ ਹੈ, ਕਹਿਣ ਲੱਗੇ ਜਿਹੋ ਜਿਹਾ ਭੇਖ ਉਹਨਾਂ ਪੁਤਲੀਆਂ ਕੋ ਉਹ ਕਰਾਉਣਾ ਚਾਹਵੇ ਤੈਸੋ ਹੀ ਸਾਜ ਆਨਾ। ਇਸੇ ਤਰ੍ਹਾਂ ਦਾ ਹੀ ਸਾਜ ਉਹਨਾਂ ਕਾਠ ਦੀਆਂ ਪੁਤਲੀਆਂ ਦਾ ਬਣ ਆਉਂਦਾ ਹੈ। ਉਹੋ ਜਿਹਾ ਉਹ ਬਣ ਕੇ ਆਉਂਦੀਆਂ ਨੇ ਜਿਹੋ ਆ ਉਹ ਖਿਡਾਉਣ ਵਾਲਾ ਬਾਜੀਗਰ ਖਿਡਾਉਂਦਾ ਆ। ਮਹਾਰਾਜ ਫਿਰ ਤੋਂ ਕਹਿਣਾ ਕੀ ਚਾਹੁੰਦੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸਲੀਅਤ ਇਹ ਹੈ ਸੰਸਾਰ ਬਾਜੀ ਹੈ। ਜਿੰਨੇ ਜੀਵ ਜੰਤੂ ਪੈਦਾ ਹੋਏ ਇਹ ਕਠਪੁਤਲੀਆਂ ਹਨ ਤੇ ਖਿਡਾਉਣ ਵਾਲਾ ਹੈ ਪਰਮੇਸ਼ਰ ਬਾਜੀਗਰ ਵਾਹਿਗੁਰੂ। ਜਿਵੇਂ ਜਿਵੇਂ ਸਾਡੇ ਸਿਰ ਦੇ ਉੱਤੇ ਉਸ ਪਰਮੇਸ਼ਰ ਦੇ ਹੁਕਮ ਦੀ ਤਾਰ ਉਹ ਪਰਮੇਸ਼ਰ ਖਿੱਚਦਾ ਹੈ, ਤਿਵੇਂ ਤਿਵੇਂ ਅਸੀਂ ਖੇਡੀ ਜਾਂਦੇ ਹਾਂ। ਸਾਡੇ ਵੱਸ ਨਹੀਂ ਹੈ, ਪਰਮੇਸ਼ਰ ਦੇ ਵੱਸ ਹੈ। ਉਹਨੇ ਸਾਨੂੰ ਕੀ ਖਿਡਾਉਣਾ ਹੈ, ਕਿਹੜੇ ਬੰਨੇ ਲੈ ਕੇ ਜਾਣਾ ਹੈ, ਕੀ ਕਰਾਉਣਾ ਹੈ, ਕੀ ਨਹੀਂ ਕਰਾਉਣਾ। ਮੈਂ ਟੂਕ ਮਾਤਰ ਤੇ ਬੜੇ ਸੰਖੇਪ ਵਿੱਚ ਇਹਨਾਂ ਪੰਕਤੀਆਂ ਤੋਂ ਲੰਘ ਰਿਹਾ ਹਾਂ। ਕਹਿਣ ਲੱਗੇ ਉਹ ਪਰਮੇਸ਼ਰ ਰੂਪ ਬਾਜੀਗਰੀ ਜਾਣੇ, ਸਾਡੇ ਇਹਨਾਂ ਸਰੀਰਾਂ ਰੂਪ ਕਠਪੁਤਲੀਆਂ ਤੋਂ ਕਿਹੋ ਜਿਹੀਆਂ ਗੇਮਾਂ ਕਢਾਉਣੀਆਂ ਨੇ। ਇਹਨਾਂ ਕੋਲੋਂ ਧਰਮ ਕਮਾਉਣਾ ਹੈ, ਇਹਨਾਂ ਕੋਲੋਂ ਅਧਰਮ ਕਮਾਉਣਾ ਹੈ, ਇਹਨਾਂ ਕੋਲੋਂ ਪਰਉਪਕਾਰ ਕਰਵਾਉਣਾ ਹੈ, ਇਹਨਾਂ ਕੋਲ ਜ਼ੁਲਮ ਤੇ ਅਤਿਆਚਾਰ ਕਰਵਾਉਣਾ ਹੈ, ਕੀ ਕਰਵਾਉਣਾ ਹੈ। ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਪ੍ਰਭ ਡੋਰੀ ਹਾਥ ਤੁਮਾਰੇ। ਸੱਚੇ ਪਾਤਸ਼ਾਹ ਸਾਰੇ ਜੀਵਾਂ ਦੀ ਪਰਾ ਰਬਦ ਸਵਾਸਾਂ ਰੂਪ ਡੋਰੀ ਉਸ ਪਰਮੇਸ਼ਰ ਦੇ ਹੱਥ ਆ। ਜਦੋਂ ਜੀ ਕਾਏ ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਕੋਈ ਕਰੋ ਕਿਛ ਕਰੋ ਦਿਖਾ ਬਖਿਆਨਾ। ਉਸ ਵੇਲੇ ਜਦੋਂ ਉਹਨੇ ਆਪਣੀ ਜੋਤ ਖਿੱਚ ਲਈ, ਆਪਣੇ ਆਪ ਦਾ ਬੜਾ ਦਮਗਜੇ ਮਾਰਨ ਵਾਲਾ ਬੰਦਾ ਇੱਕ ਕਿਣਕਾ ਮਾਤਰ, ਇੱਕ ਰੇਤ ਦੇ ਦਾਣੇ ਜਿੰਨਾ ਵੀ ਕੁਝ ਨਹੀਂ ਕਰ ਸਕਦਾ, ਕਿਉਂਕਿ ਉਹ ਸਭ ਕੁਝ ਹੋ ਤਾਂ ਹੀ ਰਿਹਾ ਸੀ ਜੇ ਪਰਮੇਸ਼ਰ ਦੀ ਜੋਤ ਵਸਦੀ ਸੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਨਕ ਕੋਠਰੀ ਬਹੁਤ ਭਾਤ ਭਰੀਆ ਆਪ ਭਰੀਆ ਆਪ ਹੋਵਾ ਰਖਵਾਰਾ। ਅਨਕ ਕੋਠਰੀ ਬਹੁਤ ਭਾਤ ਕਰੀਆ ਆਪ ਹੋਵਾ ਰਖਵਾਰਾ। ਅਨਕ ਅਨੇਕਾਂ ਪ੍ਰਕਾਰ ਦੀਆਂ ਸਾਡੇ ਇਹ ਦੇਹਾਂ ਰੂਪ ਕੋਠੜੀਆਂ, ਭਾਵ ਕਿ ਇਹ ਸਰੀਰਾਂ ਰੂਪ ਕੋਠੀਆਂ ਬਹੁਤ ਤਰੀਕੇ ਨਾਲ ਪਰਮੇਸ਼ਰ ਨੇ ਵੱਖਰੀਆਂ ਵੱਖਰੀਆਂ ਬਣਾਈਆਂ ਨੇ। ਪਸ਼ੂ ਪੰਛੀ ਜਾਨਵਰ ਜਨੌਰ ਤੇ ਵੱਖਰੀ ਗੱਲ ਲੈ ਲਈਏ, ਆਪਾਂ ਆਪ ਜਾਣਦੇ ਹਾਂ ਅੱਜ ਦੁਨੀਆ ਦਾ ਸਾਇੰਸ ਦਾ ਜ਼ਮਾਨਾ ਹੈ। ਸਾਰੀ ਸੰਸਾਰ ਦੀ ਮਨੁੱਖਤਾ ਦੀ ਗਿਣਤੀ ਕਰਨ ਚੱਲੀਏ
ਤੇ ਸ਼ਾਇਦ ਦੁਨੀਆ ਦੇ ਅੱਖਰ ਮੁੱਖਣ ਵਾਲੇ ਹੋ ਜਾਣਗੇ, ਦੁਨੀਆ ਦੀ ਮਨੁੱਖਤਾ ਦੀ ਗਿਣਤੀ ਨਹੀਂ ਹੋਣੀ, ਕਿਉਂਕਿ ਇੱਕ ਇੱਕ ਦੇਸ਼ ਦੇ ਵਿੱਚ ਅਰਬਾਂ ਅਰਬਾਂ ਕਰੋੜਾਂ ਕਰੋੜਾਂ ਤੱਕ ਆਬਾਦੀ ਪਹੁੰਚ ਗਈ ਆ। ਪਰ ਦੂਸਰੇ ਪਾਸੇ ਆਪਾਂ ਜਾਣਦੇ ਹਾਂ, ਸਾਰੇ ਹੀ ਜਾਣਦੇ ਹਾਂ, ਜਿੰਨਿਆਂ ਕੁ ਨੂੰ ਤੁਸੀਂ ਅਸੀਂ ਜਾਣਦੇ ਹੋਵੋਗੇ, ਕਿਤੇ ਹੋਵੇਗਾ, ਕਿਤੇ ਲੱਖਾਂ ਕਰੋੜਾਂ ਵਿੱਚੋਂ ਸਬੱਬੀ ਹੋਵੇਗਾ ਵੀ ਇੱਕ ਵਰਗਾ ਮਹਾਂਦਰਾ ਦੂਸਰੇ ਨਾਲ ਮਹਾਂਦਰੇ ਨਾਲ ਰਲਦਾ ਹੋਵੇ। ਨਹੀਂ ਤੇ ਬਾਣੀ ਦੇ ਬਚਨ ਨੇ ਵੀ ਕੋਏ ਨਾ ਕਿਸ ਹੀ ਜਿਹਾ ਉਪਾਇਆ। ਜਿੰਨੇ ਜੀਵ ਪੈਦਾ ਕੀਤੇ ਨੇ ਸਾਰੇ ਹੀ ਇੱਕ ਦੂਜੇ ਤੋਂ ਵੱਖਰੇ ਨੇ। ਕੋਈ ਮਹਾਂਦਰੇ ਕਰਕੇ ਵੱਖਰੇ ਨੇ, ਕੋਈ ਨਿਗਾਹ ਕਰਕੇ ਵੱਖਰੇ ਨੇ, ਕਿਸੇ ਦੀਆਂ ਅੱਖਾਂ ਵੱਡੀਆਂ ਛੋਟੀਆਂ ਨੇ, ਕਿਸੇ ਦਾ ਤਨ ਵੱਡਾ ਛੋਟਾ ਹੈ, ਕੋਈ ਮੋਟਾ ਪਤਲਾ ਹੈ, ਕੋਈ ਲੰਮਾ ਹੈ, ਕੋਈ ਮਧਰਾ ਹੈ, ਕਿਸੇ ਦੀ ਆਵਾਜ਼ ਹੋਰ ਤਰ੍ਹਾਂ ਦੀ ਹੈ। ਭਾਵ ਕਿ ਇੱਕ ਦੂਜੇ ਨਾਲ ਕਿਸੇ ਦੂਸਰੇ ਦਾ ਕੁਝ ਰਲਦਾ ਹੀ ਨਹੀਂ। ਹੇ ਮੇਰੇ ਪ੍ਰਮਾਤਮਾ, ਪਤਾ ਨਹੀਂ ਕਿੰਨੇ ਕੁ ਭਾਂਤ, ਕਿੰਨੇ ਕੁ ਤਰੀਕਿਆਂ ਦੀਆਂ ਤੂੰ ਇਹ ਸਰੀਰਾਂ ਰੂਪੀ ਕੋਠੀਆਂ ਬਣਾਈਆਂ ਨੇ। ਅਨਕ ਭਾਂਤ, ਬਹੁਤ ਅਨੇਕਾਂ ਪ੍ਰਕਾਰ, ਅਨਕ ਕੋਠੜੀ ਬਹੁਤ ਭਾਤ ਕਰੀ ਆ, ਬੜੇ ਤਰੀਕੇ ਦੀਆਂ ਬਣਾਈਆਂ ਨੇ ਸਾਰੀਆਂ ਕੋਠੀਆਂ। ਫਿਰ ਸੱਚੇ ਪਾਤਸ਼ਾਹ ਆਪ ਹੋਆ ਰਖਵਾਰਾ, ਫਿਰ ਆਪ ਇਹਨਾਂ ਸਾਰਿਆਂ ਦਾ ਰਾਖਾ ਆ। ਇਹਦੀ ਹੋਰ ਜੇ ਵਿਆਖਿਆ ਕਰਨੀ ਹੋਵੇ, ਅਸੀਂ ਕਾਲ ਤੋਂ ਡਰਦੇ ਹਾਂ, ਪਰ ਕਾਲ ਸਾਡਾ ਤਾਂ ਆਉਂਦਾ ਜੇ ਸਾਡੀ ਮੌਤ ਬਾਤ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ, ਉਹ ਇਕੱਠੀਆਂ ਹੋ ਜਾਣ। ਉਹ ਨੇ ਸਮਾਂ, ਜਗ੍ਹਾ ਤੇ ਵਸਤੂ। ਭਾਵ ਕਿ ਜਿਹੜੀ ਚੀਜ਼ ਨਾਲ ਮਰਨਾ ਆ ਉਹ ਚੀਜ਼ ਆ ਜਾਏ, ਜਿਹੜੀ ਜਗ੍ਹਾ ਤੇ ਮਰਨਾ ਆ ਉਹ ਜਗ੍ਹਾ ਆ ਜਾਏ, ਤੇ ਜਿਹੜੇ ਸਮੇਂ ਤੇ ਮਰਨਾ ਆ ਉਹ ਸਮਾਂ ਆ ਜਾਏ। ਪਰ ਸਮਾਂ, ਜਗ੍ਹਾ ਤੇ ਵਸਤੂ, ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋਣਗੀਆਂ, ਮੌਤ ਫੇਰ ਹੋਣੀ ਹੈ। ਜਿੰਨਾ ਦੇਰ ਤੱਕ ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਗ੍ਰੰਥਾਂ ਦਾ ਗਿਆਨ ਕਹਿੰਦਾ ਵੀ ਉਨੀ ਦੇਰ ਤੱਕ ਮੌਤ ਵੀ ਤੇਰੀ ਰਾਖੀ ਬਣ ਕੇ ਤੇਰੀ ਰੱਖਿਆ ਕਰਦੀ ਹੈ। ਉਨੀ ਦੇਰ ਤੱਕ ਕੋਈ ਤੇਰਾ ਕੋਈ ਵਿਗਾੜ ਨਹੀਂ ਸਕਦਾ। ਇਸ ਕਰਕੇ ਕਹਿਣ ਲੱਗੇ ਆਪ ਹੋਵਾ ਰਖਵਾਰਾ। हे ਪਰਮੇਸ਼ਰ ਵਾਹਿਗੁਰੂ ਜੀ, ਬੜੇ ਪ੍ਰਕਾਰ ਦੀਆਂ ਸਰੀਰਾਂ ਦੀਆਂ ਕੋਠੀਆਂ ਬਣਾਈਆਂ ਤੇ ਆਪ ਸਾਰਿਆਂ ਦਾ ਰਾਖਾ ਹੋ ਕੇ ਵਰਤਦਾ ਹੈ। ਜੈਸੇ ਮਹਿਲ ਰਾਖੈ ਤੈਸੈ ਰਹਿਣਾ। ਜਿਹੋ ਜਿਹੇ ਮਹਿਲ ਦੇ ਵਿੱਚ, ਮਹਿਲ ਦਾ ਆਪਾਂ ਪਹਿਲੋਂ ਅਰਥ ਕਰ ਰਹੇ ਹਾਂ ਸਰੀਰ, ਭਾਵ ਕਿ ਜਿਹੋ ਜਿਹੋ ਜਿਹੇ ਸਰੀਰ ਵਿੱਚ, ਹੁਣ ਸਰੀਰ ਦੀ ਗੱਲ ਨਹੀਂ ਰਹਿ ਗਈ ਇਕੱਲੀ, ਉੱਥੇ ਸਰੀਰ ਦੇ ਮੁੜ ਕੇ ਅੱਗੇ ਸੁਭਾਵਾਂ ਵਿੱਚ ਵੀ ਗੱਲ ਆਉਣੀ ਹੈ ਵੀ ਜਿਹੋ ਜਿਹੋ ਸਰੀਰ ਵਿੱਚ ਕੋਈ ਕ੍ਰੋਧੀ ਆ, ਕੋਈ ਨਿਮਰਤਾ ਵਾਲਾ ਆ, ਕੋਈ ਸਤੋ ਗੁਣੀ ਆ, ਕੋਈ ਤਮੋ ਗੁਣੀ ਆ, ਕੋਈ ਰਜੋ ਗੁਣੀ ਆ। ਬੜੀ ਵਿਆਖਿਆ ਹੋ ਸਕਦੀ ਹੈ ਸਾਰੇ ਕਾਸੇ ਦੀ। ਕਹਿਣ ਲੱਗੇ ਹੈ ਮੇਰੇ ਪ੍ਰਮਾਤਮਾ ਜੀ, ਬਣਾਈਆਂ ਤੂੰ ਨੇ ਸਾਰੀਆਂ ਦੇਹਾਂ ਦੀਆਂ ਕੋਠੜੀਆਂ, ਤੇ ਸਾਰਿਆਂ ਦਾ ਰਾਖਾ ਵੀ ਤੂੰ ਹੋ ਰਿਹਾ ਹੈ। ਤੇ ਜਿਹੋ ਜਿਹੋ ਜੇ ਸਰੀਰ ਵਿੱਚ, ਜਿਹੋ ਜਿਹੋ ਜੇ ਸੁਭਾਵਾਂ ਵਿੱਚ, ਜਿਹੋ ਜਿਹੋ ਜੀ ਖਾਣ ਪੀਣ ਦੀ ਇੱਛਾ ਵਿੱਚ, ਜਿੱਥੇ ਜਿੱਥੇ ਤੂੰ ਰੱਖਿਆ, ਤੂੰ ਰੱਖ ਰਿਹਾ, ਉੱਥੇ ਹੀ ਜੀਵਾਂ ਨੇ ਰਹਿਣਾ ਆ। ਇਸ ਕਰਕੇ ਜੈਸੇ ਮਹਿਲ ਰਾਖੈ ਤੈਸੈ ਰਹਿਣਾ। ਕਿਆ ਇਹੋ ਕਰੈ ਵਿਚਾਰਾ। ਇਹ ਵਿਚਾਰਾ, ਜੀਵ ਵਿਚਾਰਾ ਆਪਣੇ ਵਾਸੇ ਦੇ ਕੁਝ ਨਹੀਂ, ਇਹ ਕੀ ਕਰ ਸਕਦਾ ਹੈ? ਕੁਝ ਨਹੀਂ ਕਰ ਸਕਦਾ। ਸਮਾਪਤੀ ਦੀਆਂ ਪੰਕਤੀਆਂ ਨੇ, ਕਹਿਣ ਲੱਗੇ ਜਿਨ ਕਿਛ ਕੀਆ ਸੋਈ ਜਾਣੈ, ਜਿਨ ਇਹ ਸਭ ਵਿਦ ਸਾਜੀ। ਪਹਿਲਾ ਅਰਥ ਇਹਦਾ ਇਹ ਹੈ ਵੀ ਜਿਹੜੇ ਪਰਮੇਸ਼ਰ ਨੇ ਇਹ ਸਾਰੀ ਸੰਸਾਰ ਦੀ ਰਚਨਾ ਰਚੀ ਹੈ, ਜਿਨ ਕਿਛ ਕੀਆ, ਜਿਨਨੇ ਪਰਮੇਸ਼ਰ ਨੇ ਬਣਾਇਆ ਆ, ਸੋਈ ਜਾਣੈ, ਉਹੋ ਹੀ ਜਾਣ ਸਕਦਾ ਹੈ ਉਸ ਖੇਡ ਨੂੰ। ਹੋਰ ਕੋਈ ਦੁਨੀਆ ਵਾਲਾ ਮਨੁੱਖ ਆਖੇ ਮੈਂ ਜਾਣਾ, ਇਹ ਨਹੀਂ ਜਾਣ ਸਕਦਾ। ਦੂਸਰਾ ਅਰਥ ਵਿਦਵਾਨਾਂ ਨੇ ਇਹਦਾ ਕੀਤਾ ਵੀ ਜਿਨ੍ਹਾਂ ਜਿਨ੍ਹਾਂ ਨੇ ਇਸ ਮਨੁੱਖ ਜ਼ਿੰਦਗੀ ਵਿੱਚ ਆ ਕੇ ਰੱਬ ਦੀ ਇਬਾਦਤ ਕਰਨੀ, ਭਗਤੀ ਕਰਨੀ, ਨਾਮ ਜਪਣਾ, ਪੁੰਨ ਦਾਨ ਕਰਨਾ, ਭਲਾ ਕਰਨਾ, ਚੰਗੇ ਕਰਮ ਕਰਨੇ, ਚੰਗੇ ਗੁਣਾਂ ਵਿੱਚ ਜੀਣਾ, ਇਹ ਜਿਨ੍ਹਾਂ ਨੇ ਕੁਝ ਪ੍ਰਮਾਤਮਾ ਦੀ ਭਗਤੀ ਵਾਲਾ ਗੁਣ ਅਪਣਾਇਆ ਵਾ, ਉਹ ਜਾਣ ਲੈਂਦੇ ਨੇ ਪ੍ਰਮਾਤਮਾ ਦੇ ਪਿਆਰੇ। ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦੇ ਨੇ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਇਸ ਪ੍ਰਕਾਰ ਮਹਾਰਾਜ ਜਿਨ੍ਹਾਂ ਨੇ ਇਸ ਪ੍ਰਕਾਰ ਕੋਈ ਭਗਤੀ ਦੇ ਗੁਣ ਕਮਾਉਣਾ ਕੀਤੇ ਨੇ, ਉਹ ਜਾਣ ਗਏ ਨੇ ਪਰਮੇਸ਼ਰ ਵਾਹਿਗੁਰੂ ਦੀ ਕਹਾਣੀ ਨੂੰ, ਪਰਮੇਸ਼ਰ ਵਾਹਿਗੁਰੂ ਦੇ ਅਸੂਲਾਂ ਨੂੰ, ਪਰਮੇਸ਼ਰ ਦੇ ਨਿਯਮਾਂ ਨੂੰ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਪਰਮੇਸ਼ਰ ਜਾਣਦਾ ਹੈ ਤੇ ਪਰਮੇਸ਼ਰ ਦੇ ਪ੍ਰਗਟ ਹੋਏ ਸਰਗੁਣ ਰੂਪ ਵਿੱਚ ਗੁਰੂ ਜਾਣਦਾ ਹੈ ਉਸ ਪ੍ਰਮਾਤਮਾ ਦੀ ਕਿਰਿਆ ਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਨ ਇਹ ਸਭ ਵਿਦ ਸਾਜੀ, ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਸਾਰੀ ਵਿਧੀ, ਸਾਰਾ ਸੰਸਾਰ ਸਾਜਣਾ ਕੀਤਾ, ਉਹੋ ਹੀ ਪਿੱਛੇ ਜਾਣਦਾ ਸੀ, ਉਹੋ ਹੀ ਹੁਣ ਜਾਣਦਾ, ਉਹੋ ਹੀ ਅੱਗੇ ਨੂੰ ਜਾਣੇਗਾ। ਉਹਨੇ ਕੀ ਕਰਾਇਆ, ਕੀ ਕਰਾਉਣਾ, ਕੀ ਅੱਗੇ ਕਰਾਉਣਾ ਹੈ। ਪੰਕਤੀਆਂ ਸਮਾਪਤੀ ਦੀਆਂ ਨੇ, ਕਹੋ ਨਾਨਕ ਪਰੰਪਰ ਸੁਆਮੀ ਕੀਮਤ ਆਪਣੇ ਕਾਜੀ। हे ਮੇਰੇ ਪ੍ਰਮਾਤਮਾ ਜੀ, ਤੁਸੀਂ ਅਪਰ ਪਰੰਪਰ ਹੋ, ਤੁਸੀਂ ਪਾਰਾਵਾਰ ਤੋਂ ਪਰੇ ਹੋ, ਤੁਸੀਂ ਸਾਰਿਆਂ ਦੇ ਸੁਆਮੀ ਮਾਲਕ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਸੰਸਾਰ ਦਾ ਰਚਣ ਵਾਲਾ ਸਾਰਾ ਜਿਹੜਾ ਕਾਜੀ ਦਾ ਅਰਥ ਪਾਠ, ਕਾਜੀ ਬਣਾਉਣਾ, ਕਾਜ ਹੀ ਨਹੀਂ। ਕਾਜੀ ਦਾ ਅਰਥ ਹੈ ਕੰਮਕਾਰ,
ਭਾਵ ਕਿ ਉਸ ਪਰਮੇਸ਼ਰ ਦਾ ਬਣਾਇਆ ਹੋਇਆ ਸਾਰਾ ਸਿਲਸਿਲਾ ਜਿਹੜਾ ਉਸ ਪਰਮੇਸ਼ਰ ਦਾ ਕੰਮ ਹੈ ਨਾ, ਉਹ ਪਰਮੇਸ਼ਰ ਹੀ ਜਾਣਦਾ ਹੈ। ਉਹ ਪਰਮੇਸ਼ਰ ਹੀ ਜਾਣਦਾ ਉਹਨੇ ਕਦੋਂ ਬਣਾਇਆ, ਕਦੋਂ ਰੱਖਣਾ, ਕਦੋਂ ਢਾਉਣਾ ਹੈ। ਇਸ ਕਰਕੇ ਇਹਨਾਂ ਬਚਨਾਂ ਅਨੁਸਾਰ ਅੱਜ ਵਾਲੇ ਇਹਨਾਂ ਸ਼ਬਦਾਂ ਦਾ ਜੋ ਪਵਿੱਤਰ ਉਪਦੇਸ਼ ਸਾਰ ਸਿਧਾਂਤ ਹੈ, ਜੇ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੁਝ ਸਵਈਏ ਨੇ ਇੱਥੇ ਅਕਾਲ ਉਸਤਤ ਬਾਣੀ ਵਿੱਚ ਮੈਂ ਇੱਕ ਪੰਕਤੀ ਪੜ੍ਹ ਦੇਵਾਂਗਾ, ਤੁਸੀਂ ਹੋਰ ਚਾਹਣਾ ਚਾਹੋ ਤੇ ਉਹਨਾਂ ਨੂੰ ਆਪਣੇ ਫੋਨਾਂ ਚੋਂ ਕੱਢ ਕੇ ਵੀ ਪੜ੍ਹ ਸਕਦੇ ਹੋ। ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ। ਅਕਾਲ ਉਸਤਤ ਦੀ ਬਾਣੀ ਵਿੱਚ ਲਗਭਗ ਇਹ ਇੱਕ ਕਬਿੱਤ ਦੀਆਂ 2 ਪੰਕਤੀਆਂ ਮੈਂ ਪੜ੍ਹੀਆਂ ਨੇ, ਇਹੋ ਜੀਆਂ 4-4 ਪੰਕਤੀਆਂ ਇੱਕ ਕਬਿੱਤ ਵਿੱਚ ਆਉਣਗੀਆਂ ਤੇ ਇਹੋ ਜੀਆਂ ਪੰਕਤੀਆਂ ਵਾਲੇ ਇਹ ਕਈ ਕਬਿੱਤ ਕਲਗੀਧਰ ਪਿਤਾ ਜੀ ਨੇ ਅਕਾਲ ਉਸਤਤ ਵਿੱਚ ਦੱਸੇ ਨੇ, ਜਿਹਦੇ ਵਿੱਚ ਜਿਹੜਾ ਅੱਜ ਵਾਲਾ ਇਹ ਸ਼ਬਦ ਆਇਆ ਹੈ, ਮਨ ਨੂੰ ਇਹਦੀ ਹੋਰ ਖੁੱਲ੍ਹ ਕੇ ਵਿਆਖਿਆ ਹੈ ਕਿ ਉਹ ਪ੍ਰਮਾਤਮਾ ਕਿਹੜੇ-ਕਿਹੜੇ ਰੂਪਾਂ ਵਿੱਚ ਵਰਤ ਰਿਹਾ। ਪਰਮਾਤਮਾ ਬੇਅੰਤ ਰੂਪ ਵਿੱਚ ਹੋ ਕੇ ਵਰਤ ਰਿਹਾ ਹੈ। ਉਸ ਪਰਮੇਸ਼ਰ ਦੀ ਜੋਤ ਨੂੰ ਜਿਨ੍ਹਾਂ ਨੇ ਆਪਣੇ ਨਾਲ ਅਨੁਭਵ ਕਰ ਲਿਆ, ਜਿਨ੍ਹਾਂ ਨੇ ਅਹਿਸਾਸ ਕਰ ਲਿਆ, ਉਹਨਾਂ ਦਾ ਡਰਨਾ ਡਰਾਉਣਾ ਸਦਾਬਾਦ ਤੇ ਖਤਮ ਹੋ ਗਿਆ। ਉਹ ਨਿਰਭਉ ਪਰਮੇਸ਼ਰ ਨਾਲ ਵਸਦੇ ਹੋਏ ਨਿਰਭਉ ਪਰਮੇਸ਼ਰ ਦਾ ਸਰੂਪ ਹੀ ਬਣ ਗਏ। ਐਸੇ ਅੰਮ੍ਰਿਤ ਰੂਪ ਬਚਨਾਂ ਦੀ ਵਿਆਖਿਆ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ, ਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਪਵਿੱਤਰ ਅੰਮ੍ਰਿਤ ਰੂਪ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸਣ। ਗੁਰੂ ਦੀ ਕਿਰਪਾਲਤਾ ਪ੍ਰਾਪਤ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੀਏ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਦੇ ਹੋਏ ਅੱਗੇ ਬਾਤ ਤੇ ਸਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।